ਔਰ 7ਵੇਂ ਭਾਵ ਦੀਆਂ ਅਸੀਂ ਪਹਿਲੀਆਂ 17 ਆਇਤਾਂ ਦੇਖਾਂਗੇ ਜਿਸ ਨੂੰ मैं पढ़ दियां पास्टर जी। मैं सब तो पहला शुक्रगुजारी भी करना मंगदी हाँ। अज शैरन मेरी बेटी आई आ, मैं शुक्र करदी हूं उस परमेश्वर दा जिन्हें अनमोल गिफ्ट सानू दिता आ। वाओ। ते शैरन लई मैं मंगदी हाँ पहले प्रार्थना की जावे। ओह हाले बहुती ठीक नहीं हैगी। अच्छा। जो ओदी सर्जरी नाल होई बेबी ते हाले ओदी सेहत हाले नहीं चंगी हैगी। ਅਸੀਂ ਇੱਕ ਹੋਰ ਵੀ ਸ਼ੁਕਰਗੁਜ਼ਾਰੀ ਹੈਗੀ ਆ ਸਿਸਟਰ ਜੀ ਵੀ ਜਿਹੜੀ ਅਸੀਂ ਦੁਆ ਕਰਦੇ ਪਏ ਸੀਗੇ ਪਰਿਵਾਰ 'ਚ ਜਿਹੜਾ ਐਕਸੀਡੈਂਟ ਇੱਕ ਹੋਇਆ ਸੀਗਾ। ਹਾਂਜੀ ਉਹ ਤੈਨੂੰ ਦੱਸਿਆ ਸੀ ਕਿ ਉਹ ਆਪਣਾ ਹੁਣ ਤੁਰਿਆ ਫਿਰਦਾ ਉੱਥੇ। ਹਾਂਜੀ ਹਾਂਜੀ ਉਹ ਠੀਕ ਹੋ ਗਿਆ। ਹਾਂਜੀ ਆਪਣਾ ਆਪ ਉਸਨੇ ਆਇਆ। ਉਹਨੂੰ ਡਰ ਸੀ ਕਿ ਕਿਤੇ ਉਸਦੀ ਨੈਕ ਨਾ ਟੁੱਟ ਗਈ ਹੋਵੇ ਔਰ ਉਹ ਇਹ ਵੀ ਹੋ ਸਕਦਾ ਸੀ ਕਿ ਸਾਰੀ ਉਮਰ ਵੀਲ ਚੇਅਰ ਤੇ ਪੈ ਜਾਂਦਾ। ਹਾਂਜੀ ਹਾਂਜੀ ਪ੍ਰਭੂ ਨੇ ਕੀਤੀ। ਸੋ ਆਓ ਦੋਨੇ ਸ਼ੁਕਰਗੁਜ਼ਾਰੀਆਂ ਪ੍ਰਭੂ ਦੇ ਅੱਗੇ ਰੱਖੀਏ। ਪਿਆਰੇ ਮੈਂ ਤੇਰਾ ਬਹੁਤ ਸ਼ੁਕਰ ਕਰਦਾ ਕਿ ਬੱਚੇ ਸੱਚਮੁੱਚ ਤੇਰੇ ਵੱਲੋਂ ਦਿੱਤੇ ਗਏ ਤੋਹਫੇ ਆ ਖੁਦਾਵੰਦ। ਤੂੰ ਕੀ ਇਹਨਾਂ ਤੋਂ ਕੰਮ ਲਏਗਾ, ਕੀ ਤੂੰ ਇਹਨਾਂ ਨੂੰ ਬਣਾਏਗਾ, ਇਹ ਤਾਂ ਖੁਦਾਵੰਦ ਤੂੰ ਹੀ ਜਾਣਦਾ। ਪਰ ਪਿਆਰੇ ਪ੍ਰਭੂ ਇਸ ਵੇਲੇ ਅਸੀਂ ਇਹ ਗਿਫਟ ਜੋ ਤੇਰੇ ਵੱਲੋਂ ਆਇਆ ਇਸ ਨੂੰ ਖੁਦਾਵੰਦ ਪੂਰੀ ਸ਼ੁਕਰਗੁਜ਼ਾਰੀ ਦੇ ਨਾਲ ਪ੍ਰਭੂ ਜੀ ਕਬੂਲ ਕਰਦੇ ਹਾਂ। ਤੂੰ ਸਾਨੂੰ ਸਭ ਨੂੰ ਬੁੱਧ ਦੇਈਂ, ਮਾਂ ਬਾਪ ਨੂੰ ਬੁੱਧ ਦੇਈਂ ਕਿ ਇਸ ਬੱਚੇ ਨੂੰ ਤੇਰੇ ਰਸਤਿਆਂ ਤੇ ਚਲਾਉਣ ਔਰ ਪ੍ਰਭੂ ਜੀ ਤੇਰੇ ਪਿਆਰ ਦੇ ਵਿੱਚ ਇਸ ਨੂੰ ਅੱਗੇ ਵਧਾਉਣ। ਔਰ ਖੁਦਾਵੰਦ ਮੈਂ ਇਸ ਵੇਲੇ ਖਾਸ ਕਰਕੇ ਸ਼ਰਨ ਦੇ ਲਈ ਦੁਆ ਕਰਦਾ। ਖੁਦਾਵੰਦ ਤੂੰ ਬੱਚੀ ਦੇ ਨਾਲ ਹੋ ਔਰ ਉਸਨੂੰ ਆਪਣੀ ਤੰਦਰੁਸਤੀ ਦਾ ਦਾਨ ਦੇ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਆਪਣੇ ਭਰਾ ਦੇ ਲਈ ਵੀ ਜਿਸ ਦੇ ਲਈ ਅਸੀਂ ਲਗਾਤਾਰ ਦੁਆ ਕਰਦੇ ਪਏ ਸੀ ਖੁਦਾਵੰਦ ਕਿ ਤੂੰ ਉਸਨੂੰ ਉਸ ਤੇ ਕਿਰਪਾ ਕਰ। ਬਹੁਤ ਭਾਰਾ ਐਕਸੀਡੈਂਟ ਹੋਇਆ ਸੀ ਪ੍ਰਭੂ ਜੀ, ਤੂੰ ਉਸਦੀ ਜਾਨ ਨੂੰ ਨਹੀਂ ਬਚਾਇਆ ਪਰ ਖੁਦਾਵੰਦ ਸੱਚਮੁੱਚ ਤੂੰ ਆਪਣੇ ਰਹਿਮ ਦੇ ਨਾਲ ਉਸਨੂੰ ਛੁਇਆ ਔਰ ਉੱਠ ਕੇ ਤੁਰਿਆ ਫਿਰਦਾ। ਸੋ ਖੁਦਾਵੰਦ ਤੂੰ ਇਸ ਵੇਲੇ ਉਸਦੇ ਨਾਲ ਔਰ ਉਸਦੇ ਪਰਿਵਾਰ ਦੇ ਨਾਲ ਵੀ ਬਣਿਆ ਰਿਹਾ। ਇਹ ਸਾਰੀਆਂ ਸ਼ੁਕਰਗੁਜ਼ਾਰੀਆਂ ਨੂੰ ਔਰ ਦੁਆਵਾਂ ਨੂੰ ਪ੍ਰਭੂ ਜੀ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਹਾਂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ। ਔਰ ਸਾਰੇ ਭੈਣ ਭਰਾ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ। ਪ੍ਰਭੂ ਯਿਸੂ ਨੂੰ ਵਧਾਈਆਂ। ਜਿਸ ਦਾ ਪਰਿਵਾਰ ਵਧਿਆ, ਜਿਸ ਦਾ ਪਰਿਵਾਰ ਵਧਿਆ ਆ। ਨਥਾਨ ਨਬੀ ਦਾ ਦਾਊਦ ਲਈ ਸੰਦੇਸ਼। ਫਿਰ ਜਦੋਂ ਰਾਜਾ ਦਾਊਦ ਨੂੰ ਪ੍ਰਭੂ ਨੇ ਉਸ ਦੇ ਸਭ ਵੈਰੀਆਂ ਤੋਂ ਸ਼ਾਂਤੀ ਦਿੱਤੀ ਤਾਂ ਉਹ ਆਪਣੇ ਮਹਿਲ ਵਿੱਚ ਅਮਨ ਚੈਨ ਨਾਲ ਰਹਿਣ ਲੱਗਾ। ਤਦ ਦਾਊਦ ਰਾਜਾ ਨੇ ਨਥਾਨ ਨਬੀ ਨੂੰ ਕਿਹਾ, ਮੈਂ ਤਾਂ ਦਿਆਰ ਦੇ ਬਣੇ ਸੁੰਦਰ ਮਹਿਲ ਵਿੱਚ ਰਹਿ ਰਿਹਾ ਹਾਂ ਪਰ ਪਰਮੇਸ਼ਰ ਦਾ ਪਵਿੱਤਰ ਸੰਦੂਕ ਕੇਵਲ ਇੱਕ ਸਧਾਰਨ ਤੰਬੂ ਵਿੱਚ ਹੀ ਰਹਿ ਰਿਹਾ ਹੈ। ਨਥਾਨ ਨਬੀ ਨੇ ਦਾਊਦ ਨੂੰ ਕਿਹਾ, ਤੂੰ ਆਪਣੇ ਮਨ ਦੀ ਇੱਛਾ ਅਨੁਸਾਰ ਕਰ, ਪ੍ਰਭੂ ਤੇਰੇ ਨਾਲ ਹੈ। ਪਰ ਉਸ ਰਾਤ ਨਥਾਨ ਨਬੀ ਕੋਲ ਪ੍ਰਭੂ ਦਾ ਇਹ ਸੰਦੇਸ਼ ਦਾਊਦ ਲਈ ਆਇਆ, ਤੂੰ ਜਾ ਕੇ ਮੇਰੇ ਦਾਸ ਦਾਊਦ ਨੂੰ ਕਹਿ, ਤੂੰ ਮੇਰੇ ਲਈ ਘਰ ਨਹੀਂ ਬਣਾਵੇਂਗਾ। ਜਦੋਂ ਮੈਂ ਇਜ਼ਰਾਈਲੀ ਲੋਕਾਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਸਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੈਂ ਕਦੀ ਘਰ ਦੇ ਅੰਦਰ ਨਹੀਂ ਰਿਹਾ ਹਾਂ, ਸਗੋਂ ਮੈਂ ਕੇਵਲ ਤੰਬੂ ਵਿੱਚ ਰਹਿੰਦਿਆਂ ਹੀ ਸਭ ਪਾਸੇ ਯਾਤਰਾ ਕੀਤੀ ਹੈ। ਕੀ ਮੈਂ ਅੱਜ ਤੱਕ ਜਿੱਥੇ ਵੀ ਗਿਆ ਅਤੇ ਇਜ਼ਰਾਈਲੀਆਂ ਲਈ ਆਪਣੇ ਠਹਿਰਾਏ ਹੋਏ ਕਿਸੇ ਵੀ ਨਿਆਂ ਪ੍ਰਬੰਧਕ ਨੂੰ ਆਪਣੇ ਲਈ ਦਿਆਰ ਦਾ ਘਰ ਬਣਾਉਣ ਦੇ ਲਈ ਕਿਹਾ ਹੈ? ਸੋ ਤੂੰ ਮੇਰੇ ਦਾਸ ਦਾਊਦ ਨੂੰ ਕਹਿ ਕਿ ਮੈਂ ਮਹਾਨ ਪ੍ਰਭੂ ਉਸਨੂੰ ਕਹਿੰਦਾ ਹਾਂ, ਮੈਂ ਤੈਨੂੰ ਭੇਡਾਂ ਦੇ ਪਿੱਛੋਂ ਹਟਾ ਕੇ ਆਪਣੇ ਲੋਕਾਂ ਦਾ ਰਾਜਾ ਥਾਪਿਆ ਹੈ। ਜਿੱਥੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ ਅਤੇ ਤੇਰੇ ਸਭ ਵੈਰੀਆਂ ਨੂੰ ਤੇਰੇ ਅੱਗਿਓਂ ਦੂਰ ਕੀਤਾ ਹੈ। ਹੁਣ ਤੇਰੇ ਨਾਂ ਨੂੰ ਇਸ ਧਰਤੀ ਤੇ ਸਭ ਤੋਂ ਮਹਾਨ ਲੋਕਾਂ ਵਾਂਗ ਉੱਚਾ ਕਰਾਂਗਾ। ਮੈਂ ਆਪਣੇ ਲੋਕਾਂ ਇਜ਼ਰਾਈਲੀਆਂ ਦੇ ਰਹਿਣ ਲਈ ਇੱਕ ਥਾਂ ਤਿਆਰ ਕੀਤੀ ਹੈ ਜਿੱਥੇ ਉਹ ਅਮਨ ਚੈਨ ਨਾਲ ਰਹਿਣਗੇ। ਅੱਗੇ ਤੋਂ ਕੋਈ ਵੀ ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਅਤਿਆਚਾਰ ਨਹੀਂ ਕਰੇਗਾ, ਜਿਸ ਤਰ੍ਹਾਂ ਨਿਆਂ ਪ੍ਰਬੰਧਕਾਂ ਦੇ ਦਿਨਾਂ ਤੋਂ ਉਹਨਾਂ ਉੱਤੇ ਹੁੰਦਾ ਆਇਆ ਹੈ। ਮੈਂ ਤੇਰੇ ਘਰ ਨੂੰ ਵੀ ਪੱਕਿਆਂ ਕਰਾਂਗਾ। ਤੇਰੇ ਮਾਰਨ ਅਤੇ ਆਪਣੇ ਪੁਰਖਿਆਂ ਕੋਲ ਜਾਣ ਦੇ ਪਿੱਛੋਂ ਮੈਂ ਤੇਰੇ ਇੱਕ ਪੁੱਤਰ ਨੂੰ ਰਾਜ ਗੱਦੀ ਦੇ ਕੇ ਉਸਦੇ ਰਾਜ ਨੂੰ ਪੱਕਿਆਂ ਕਰਾਂਗਾ। ਉਹ ਮੇਰੇ ਲਈ ਵੀ ਇੱਕ ਘਰ ਬਣਾਵੇਗਾ ਤੇ ਮੈਂ ਉਸਦੀ ਰਾਜ ਗੱਦੀ ਨੂੰ ਹਮੇਸ਼ਾ ਦੇ ਲਈ ਕਾਇਮ ਕਰਾਂਗਾ। ਮੇਰੇ ਅਤੇ ਉਸ ਵਿੱਚ ਪਿਤਾ ਪੁੱਤਰ ਦਾ ਰਿਸ਼ਤਾ ਹੋਵੇਗਾ। ਇਸ ਦੇ ਲਈ ਉਸ ਦੇ ਗਲਤੀ ਕਾਰਨ ਉੱਤੇ ਮੈਂ ਪਿਤਾ ਵਾਂਗ ਉਸਨੂੰ ਡੰਡੇ ਨਾਲ ਠੀਕ ਕਰਾਂਗਾ। ਮੈਂ ਉਸ ਕੋਲੋਂ ਉਸ ਤਰ੍ਹਾਂ ਰਾਜ ਗੱਦੀ ਨਹੀਂ ਖੋਵਾਂਗਾ ਜਿਸ ਤਰ੍ਹਾਂ ਮੈਂ ਸਾਊਲ ਕੋਲੋਂ ਖੋਈ ਤੇ ਤੈਨੂੰ ਦਿੱਤੀ ਹੈ। ਸੋ ਤੇਰਾ ਵੰਸ਼ ਅਤੇ ਤੇਰਾ ਰਾਜ ਹਮੇਸ਼ਾ ਤੱਕ ਰਹੇਗਾ ਤੇ ਤੇਰੀ ਕੁਲ ਦਾ ਕਦੀ ਅੰਤ ਨਹੀਂ ਹੋਵੇਗਾ। ਆਮੀਨ। ਸੋ ਨਥਾਨ ਨਬੀ ਨੇ ਸਭ ਕੁਛ ਆ ਕੇ ਦੱਸਿਆ ਜੋ ਪ੍ਰਭੂ ਦੇ ਦਰਸ਼ਨ ਦੇ ਵਿੱਚ ਉਸਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ ਸੀ। ਸੋ ਅਸੀਂ ਇੱਥੇ ਇਹ ਦੇਖ ਸਕਦੇ ਹਾਂ ਕਿ
ਨਥਾਨ ਨਬੀ ਨੇ ਵੀ ਦਾਊਦ ਨੂੰ ਕਹਿਤਾ ਕਿ ਜਿੱਦਾਂ ਤੇਰੀ ਇੱਛਾ, ਜਿੱਦਾਂ ਤੇਰੀ ਖੁਸ਼ੀ, ਤੂੰ ਉਸ ਤਰ੍ਹਾਂ ਕਰ। ਲੇਕਿਨ ਨਬੀ ਦੀ ਜਿਹੜੀ ਨਬੂਵਤ ਆ ਉਹ ਹਮੇਸ਼ਾ ਉਸ ਦੇ ਉੱਤੇ ਨਹੀਂ ਰਹਿੰਦੀ ਹੈ। ਉਸ ਨੂੰ ਪ੍ਰਭੂ ਹਮੇਸ਼ਾ ਇੱਕ ਖਾਸ ਪਰਪਸ ਵਰਤਦਾ ਹੈ। ਜਿਸ ਲਈ ਪ੍ਰਭੂ ਨੇ ਉਸ ਦੇ ਨਾਲ ਗੱਲ ਕਰਨੀ ਹੁੰਦੀ ਆ, ਜਿਸ ਲਈ ਉਸਨੇ ਆਪਣੇ ਬੰਦੇ ਨਾਲ ਗੱਲ ਕਰਨੀ ਹੁੰਦੀ ਆ, ਤੇ ਉਸ ਵੇਲੇ ਉਹ ਉਹਦੇ ਨਾਲ ਗੱਲ ਕਰਦਾ। ਸੋ ਕਿਉਂਕਿ ਇਹ ਦਾਊਦ ਸਲਾਹ ਕਰਦਾ ਪਿਆ, ਇਹ ਸਿਰਫ ਉਸਦੀ ਸਲਾਹ ਆ। ਦਾਊਦ ਨੇ ਆਪਣੀ ਇੱਛਾ ਪ੍ਰਭੂ ਦੇ ਅੱਗੇ ਨਹੀਂ ਰੱਖੀ, ਇਹ ਉਸਦੀ ਸਲਾਹ ਆ। ਤੇ ਸਾਨੂੰ ਏਦਾਂ ਕਰਨਾ ਚਾਹੀਦਾ। ਉਸਨੇ ਕਿਹਾ ਕੋਈ ਮਾੜੀ ਗੱਲ ਨਹੀਂ ਤੂੰ ਕਹਿ ਰਿਹਾ, ਤੂੰ ਜੋ ਕੁਝ ਕਹਿ ਰਿਹਾ ਸਹੀ ਕਹਿ ਰਿਹਾ, ਹੋਣਾ ਚਾਹੀਦਾ। ਪ੍ਰਭੂ ਦਾ ਘਰ ਪੱਕਾ ਘਰ ਸਾਨੂੰ ਬਣਾਉਣਾ ਚਾਹੀਦਾ। ਪਰ ਪ੍ਰਭੂ ਨੇ ਇਸ ਤੋਂ ਮਨਾਹੀ ਕਰ ਦਿੱਤੀ। ਉਸਨੇ ਕਿਹਾ ਨਹੀਂ। ਕਿਉਂ? ਇਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ, ਇਸ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਦਾਊਦ ਦੇ ਕੋਲੋਂ ਇੱਕ ਐਸਾ ਪਾਪ ਹੋਣ ਜਾ ਰਿਹਾ ਤੇ ਇਹ ਇੱਕ ਟ੍ਰੈਂਡ ਬਣ ਸਕਦਾ ਸੀ ਕਿ ਜਿਸ ਲਈ ਤੁਸੀਂ ਕੋਈ ਪਾਪ ਕੀਤਾ ਤੇ ਪ੍ਰਭੂ ਦੇ ਲਈ ਕੋਈ ਜਗ੍ਹਾ ਬਣਾ ਦਿਓ ਤੇ ਤੁਹਾਡਾ ਜਿਹੜਾ ਉਹ ਪਾਪ ਮਾਫ। ਸੋ ਇੱਕ ਤਾਂ ਪ੍ਰਭੂ ਉਸ ਤੋਂ ਛੁਟਕਾਰਾ ਦੇਣ ਉਸਨੂੰ ਚਾਹ ਰਿਹਾ ਸੀ। ਨੰਬਰ 2 ਤੇ ਰਾਜਾ ਸਾਊਲ ਦੇਸ਼ ਨੂੰ ਬੜੀ ਬੁਰੀ ਹਾਲਤ ਦੇ ਵਿੱਚ ਛੱਡ ਕੇ ਗਿਆ, ਕਿਉਂਕਿ ਉਸਨੇ ਆਪਣਾ ਸਾਰਾ ਸਮਾਂ ਦਾਊਦ ਦੇ ਪਿੱਛੇ ਹੀ ਉਹ ਲੱਗਾ ਰਿਹਾ। ਉਸਨੇ ਆਪਣਾ ਸਾਰਾ ਸਮਾਂ ਉਸ ਤਰ੍ਹਾਂ ਗਵਾਤਾ ਜਿਹਦੇ ਨਾਲ ਸਾਰੇ ਦੇਸ਼, ਜਿਹੜਾ ਦੇਸ਼ ਦੀਆਂ ਜਿਹੜੀਆਂ ਟ੍ਰਾਈਬਸ ਆ, ਜਿਹੜੇ ਇਹਨਾਂ ਦੇ ਕਬੀਲੇ ਆ, ਬੇਸਿਕਲੀ ਆਪਣੇ ਆਪ ਦੇ ਵਿੱਚ ਸਰਵਾਈਵ ਕਰਦੇ ਪਏ। ਉਹ ਥਰਾਈਵ ਨਹੀਂ ਕਰਦੇ ਪਏ, ਬਸ ਸਰਵਾਈਵ ਕਰਦੇ ਪਏ। ਸੋ ਪ੍ਰਭੂ ਦਾ ਦਾਊਦ ਨੂੰ ਕਹਿਣਾ ਕਿ ਜੋ 40 ਸਾਲ ਦੇ ਵਿੱਚ ਸਾਊਲ ਨੇ ਖਰਾਬਾ ਕੀਤਾ, ਉਹ ਅਗਲੇ 40 ਸਾਲ ਤੂੰ ਜਿਹੜਾ ਤੇਰੇ ਕੋਲ ਆ, ਤੇਰੇ ਕੋਲ ਉਹਦੇ ਦਾਊਦ ਦੇ ਕੋਲ ਬੇਸਿਕਲੀ 32 ਸਾਲ ਰਹਿ ਗਏ, ਤੂੰ ਮਸੀਂ ਇਹਨਾਂ ਨੂੰ ਮੁੜ ਕੇ ਉਠਾਲ ਕੇ ਖੜਾ ਕਰਨਾ ਹੈ ਔਰ ਇਹਨਾਂ ਦੇ ਵੈਰੀਆਂ ਤੋਂ ਤੂੰ ਇਹਨਾਂ ਨੂੰ ਸ਼ਾਂਤੀ ਦੇਣੀ ਆ। ਪਰ ਅਗਰ ਉਹ ਪ੍ਰਭੂ ਦਾ ਘਰ ਬਣਾਉਣ ਲੱਗ ਪੈਂਦਾ ਆ ਤੇ ਜਿਹੜਾ ਕੰਮ ਦੇ ਲਈ ਦਾਊਦ ਨੂੰ ਲਿਆਂਦਾ ਗਿਆ ਉਹ ਕੰਮ ਨਹੀਂ ਹੋਣਾ ਸੀ। ਸੋ ਇਸ ਕਰਕੇ ਪ੍ਰਭੂ ਨੇ ਉਸ ਨੂੰ ਮਨਾਹੀ ਕੀਤੀ। ਦੂਸਰੀ ਚੀਜ਼ ਇਸ ਦੇ ਨਾਲ ਉਸ ਨੂੰ ਪ੍ਰਭੂ ਨੇ ਕਿਹਾ ਕਿ ਜੇ ਤੂੰ ਆਗਿਆਕਾਰੀ ਰਹੇਗਾ, ਮੇਰੀ ਇਸ ਗੱਲ ਨੂੰ ਮੰਨੇਗਾ, ਤਾਂ ਮੈਂ ਤੇਰੇ ਘਰ ਦੇ ਵਿੱਚੋਂ ਕਦੀ ਰਾਜ ਨਹੀਂ ਖੋਊਂਗਾ। ਮੈਂ ਤੇਰੇ ਪੁੱਤਰ ਨੂੰ ਰਾਜਗੱਦੀ ਦਊਂਗਾ ਔਰ ਉਹ ਮੇਰੇ ਲਈ ਘਰ ਬਣਾਏਗਾ। ਪਰ ਜਿਹੜਾ ਕੰਮ ਮੈਂ ਤੈਨੂੰ ਹੁਣ ਦਿੱਤਾ ਆ, ਤੂੰ ਆਪਣਾ ਧਿਆਨ ਉਸ ਦੇ ਵਿੱਚ ਲਾ। ਸੋ ਇੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਪ੍ਰਭੂ ਕੋਈ ਵੱਡੇ ਵੱਡਿਆਂ ਘਰਾਂ ਦੇ ਵਿੱਚ ਰਹਿ ਕੇ ਨਹੀਂ ਖੁਸ਼। ਵੱਡੇ ਵੱਡੇ ਮੰਦਿਰ, ਵੱਡੀਆਂ ਵੱਡੀਆਂ ਚਰਚਾਂ ਅਸੀਂ ਬਣਾ ਲੈਂਦੇ, ਸੋਨੇ ਚਾਂਦੀ ਦੇ ਨਾਲ ਮੜ ਦਿੰਦੇ ਆ। ਪ੍ਰਭੂ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਖੁਸ਼ ਹੁੰਦਾ, ਆਗਿਆਕਾਰੀ ਚ ਖੁਸ਼ ਹੁੰਦਾ। ਪ੍ਰਭੂ ਆਗਿਆਕਾਰੀ ਚ ਖੁਸ਼ ਹੁੰਦਾ। ਸੋ ਉਸਨੇ ਪ੍ਰਭੂ ਨੇ ਉਸਨੂੰ ਆਗਿਆ ਦਿੱਤੀ ਕਿ ਤੂੰ ਇਹ ਕੰਮ ਨਹੀਂ ਕਰਨਾ। ਤੈਨੂੰ ਮੈਂ ਜਿਹੜਾ ਕੰਮ ਦਿੱਤਾ ਕਿ ਤੂੰ ਇੱਕ ਚਰਵਾਹਾ ਰਾਜਾ ਆ, ਤੂੰ ਮੇਰਿਆਂ ਲੋਕਾਂ ਨੂੰ, ਮੇਰੀਆਂ ਭੇਡਾਂ ਨੂੰ ਤੂੰ ਚਰਾਏਂਗਾ, ਤੂੰ ਇਹਨਾਂ ਦੀ ਸੰਭਾਲ ਕਰੇਂਗਾ, ਤੂੰ ਇਹਨਾਂ ਨੂੰ ਦੁਸ਼ਮਣਾਂ ਤੋਂ ਬਚਾਏਂਗਾ, ਤੂੰ ਇਹਨਾਂ ਦੇ ਬਾੜੇ ਮਜ਼ਬੂਤ ਕਰੇਂਗਾ। ਮੈਂ ਤੈਨੂੰ ਇਸ ਲਈ ਚੁਣਿਆ। ਸੋ ਤੂੰ ਆਪਣੇ ਕੰਮ ਵੱਲ ਧਿਆਨ ਦੇ ਜਿਹੜਾ ਮੈਂ ਦਿੱਤਾ, ਔਰ ਅਗਰ ਤੂੰ ਉਹ ਕੰਮ ਕਰੇਂਗਾ ਉਸ ਦੀ ਮੈਂ ਤੈਨੂੰ ਬਰਕਤ ਦਊਂਗਾ। ਸੋ ਹੁਣ ਇੱਥੇ ਜਿਹੜੀ ਦਾਊਦ ਦੀ ਪ੍ਰਾਰਥਨਾ ਆ, ਅੱਗੇ ਦਾਊਦ ਦੀ ਪ੍ਰਾਰਥਨਾ ਦੇ ਵਿੱਚ ਇੱਕ ਦਾਊਦ ਦਾ ਗੀਤ ਵੀ ਛੁਪਿਆ ਹੈ ਔਰ ਉਹ ਹੈ ਸਾਮ 132। ਇਸ ਤੋਂ ਪਹਿਲਾਂ ਕਿ ਅਸੀਂ ਦਾਊਦ ਦੀ ਪ੍ਰਾਰਥਨਾ ਪੜ੍ਹੀਏ, ਆਓ ਜ਼ਬੂਰ 132 ਪੜ੍ਹੀਏ, ਜਿਸ ਨੂੰ ਮਿਲ ਜਾਏ। मैं पढ़ा जी। जी जी जी। प्रभु दे पवित्र थां दी महिमा। हे प्रभु, दाऊद दी खातर तू उसदे सहे होए दुखां नूं चेते रख। उसने किस तरह तेरे सामने सौं चुकी अते इस्राएल ते शक्तिशाली परमेश्वर नाल प्रतिज्ञा कीती, मैं अपने घर दे अंदर नहीं जावांगा अते ना ही अपने बिस्तरे ते लेटांगा, ना मैं आराम करांगा ते ना ही सोवांगा, जदों तक मैं प्रभु दे रहण लई
ਥਾਂ ਨਾ ਬਣਾ ਲਵਾਂ, ਅਰਥਾਤ ਇਸਰਾਈਲ ਦੇ ਸ਼ਕਤੀਸ਼ਾਲੀ ਪਰਮੇਸ਼ਰ ਦੇ ਰਹਿਣ ਦੀ ਥਾਂ। ਤਦ ਉਹ ਸਾਨੂੰ ਅਪਰਾਥਾਂ ਦੀ ਥਾਂ ਤੇ ਯਾਰ ਖੇਤ ਵਿੱਚ ਲੱਭ ਪਿਆ। ਤਦ ਅਸੀਂ ਕਿਹਾ, ਆਓ ਅਸੀਂ ਉਸਦੇ ਰਹਿਣ ਦੀ ਥਾਂ ਤੇ ਜਾਈਏ ਅਤੇ ਉਸਦੇ ਚਰਨਾਂ ਵਿੱਚ ਬੈਠ ਕੇ ਉਸਦੀ ਉਪਾਸਨਾ ਕਰੀਏ। ਹੇ ਪ੍ਰਭੂ, ਉੱਠ ਅਤੇ ਆਪਣੀ ਸ਼ਕਤੀ ਦੇ ਚਿੰਨ੍ਹ ਪਵਿੱਤਰ ਸੰਦੂਕ ਸਮੇਤ ਆਪਣੀ ਆਰਾਮ ਦੀ ਥਾਂ ਤੇ ਜਾ। ਤੇਰੇ ਪੁਰੋਹਿਤ ਸਚਾਈ ਦੇ ਬਸਤਰ ਪਹਿਨਣ ਅਤੇ ਤੇਰੇ ਭਗਤ ਖੁਸ਼ੀ ਦੇ ਨਾਅਰੇ ਮਾਰਨ। ਆਪਣੇ ਦਾਸ ਦਾਊਦ ਦੇ ਕਾਰਨ ਤੂੰ ਆਪਣੇ ਅਭਿਸ਼ੇਕਤ ਵੱਲੋਂ ਮੂੰਹ ਨਾ ਮੋੜ। ਪ੍ਰਭੂ ਨੇ ਦਾਊਦ ਨੂੰ ਵਚਨ ਦਿੱਤਾ ਜਿਸ ਨੂੰ ਉਹ ਹਰ ਹਾਲਤ ਵਿੱਚ ਪੂਰਿਆ ਕਰੇਗਾ। ਮੈਂ ਤੇਰੀ ਸੰਤਾਨ ਵਿੱਚੋਂ ਹੀ ਕਿਸੇ ਇੱਕ ਨੂੰ ਤੇਰੀ ਰਾਜ ਗੱਦੀ ਦੇਵਾਂਗਾ। ਜੇਕਰ ਤੇਰੀ ਸੰਤਾਨ ਮੇਰੇ ਨੇਮ ਅਤੇ ਮੇਰੀਆਂ ਸਾਖੀਆਂ ਜੋ ਮੈਂ ਉਹਨਾਂ ਨੂੰ ਸਿਖਾਵਾਂਗਾ ਦੀ ਪਾਲਣਾ ਕਰੇਗੀ ਤਾਂ ਅੱਗੇ ਉਹਨਾਂ ਦੀ ਸੰਤਾਨ ਤੇਰੀ ਰਾਜ ਗੱਦੀ ਤੇ ਬੈਠੇਗੀ। ਪ੍ਰਭੂ ਨੇ ਸਿਯੋਨ ਨੂੰ ਚੁਣਿਆ ਕਿ ਉਸ ਨੂੰ ਆਪਣੇ ਰਹਿਣ ਦੀ ਥਾਂ ਬਣਾਏ। ਇਹ ਹਮੇਸ਼ਾ ਦੇ ਲਈ ਮੇਰੇ ਰਹਿਣ ਦੀ ਥਾਂ ਹੋਵੇਗੀ। ਆਪਣੀ ਇੱਛਾ ਅਨੁਸਾਰ ਮੈਂ ਇੱਥੇ ਹੀ ਰਹਾਂਗਾ। ਮੈਂ ਉਸ ਨੂੰ ਬਹੁਤ ਤਾਕਤ ਵਿੱਚ ਮਾਲਾ ਮਾਲ ਕਰਾਂਗਾ ਅਤੇ ਉਸ ਦੇ ਗਰੀਬਾਂ ਨੂੰ ਰੋਟੀ ਨਾਲ ਤ੍ਰਿਪਤ ਕਰਾਂਗਾ। ਉਸ ਦੇ ਪੁਰੋਹਿਤ ਮੁਕਤੀ ਦੇ ਬਸਤਰ ਪਹਿਨਣਗੇ ਅਤੇ ਉਸ ਦੇ ਭਗਤ ਖੁਸ਼ੀ ਦੇ ਨਾਅਰੇ ਮਾਰਨਗੇ। ਉੱਥੇ ਮੈਂ ਦਾਊਦ ਦੇ ਵੰਸ਼ ਦਾ ਸਿਰ ਉੱਚਾ ਕਰਾਂਗਾ ਅਤੇ ਉਸ ਵਿੱਚੋਂ ਆਪਣੇ ਅਭਿਸ਼ੇਕਤ ਲਈ ਜਗਮਗਾਉਂਦਾ ਦੀਵਾ ਪੈਦਾ ਕਰਾਂਗਾ। ਮੈਂ ਉਸਦੇ ਬੈਰੀਆਂ ਨੂੰ ਸ਼ਰਮਿੰਦਗੀ ਦੇ ਬਸਤਰ ਪਹਿਨਾਵਾਂਗਾ, ਪਰ ਉਸਦੇ ਸਿਰ ਤੇ ਉਸਦਾ ਤਾਜ ਚਮਕਾਰੇ ਮਾਰੇਗਾ। ਆਮੀਨ। ਆਮੀਨ। ਸੋ ਇਹ ਜਿਹੜਾ ਜ਼ਬੂਰ ਆ, ਇਹ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਪ੍ਰਭੂ ਦੀ ਆਵਾਜ਼ ਇਸੇ ਵਿੱਚ ਆ, ਜਿਸ ਨੂੰ ਥਿਆਫਨੀ ਕਿਹਾ ਜਾਂਦਾ। ਥਿਓ ਹੁੰਦਾ ਪ੍ਰਭੂ, ਆਫਨੀ ਦਾ ਮਤਲਬ ਹੁੰਦਾ ਹੁੰਦੀ ਪਈ, ਥਿਆਫਨੀ। ਸੋ ਅਗਰ ਅਸੀਂ 11 ਆਇਤ ਤੋਂ ਲੈ ਕੇ 18 ਆਇਤ ਤੱਕ ਦੇਖੀਏ ਤਾਂ ਇਸ ਜ਼ਬੂਰ ਦੇ ਵਿੱਚ ਇੱਥੇ ਪ੍ਰਭੂ ਦੀ ਆਵਾਜ਼ ਔਰ ਇਹ ਪ੍ਰਭੂ ਨੇ ਇਹ ਜਿਹੜੀ ਆਵਾਜ਼ ਪ੍ਰਭੂ ਦੀ ਆ, ਉਸ ਦੇ ਵਿੱਚ ਜੋ ਨਬੀ ਨੇ ਆ ਕੇ ਉਸ ਨੂੰ ਦੱਸਿਆ ਆ, ਬੇਸਿਕਲੀ ਸਾਰੇ ਉਹਦੇ ਜ਼ਬੂਰ ਦੇ ਵਿੱਚ ਉਹ ਚੀਜ਼ ਆ। ਹੁਣ ਅਸੀਂ ਦਾਊਦ ਦੀ ਦੁਆ ਪੜਾਂਗੇ, ਧੰਨਵਾਦੀ ਪ੍ਰਾਰਥਨਾ ਪੜਾਂਗੇ। 18 ਤੋਂ ਲੈ ਕੇ ਆਓ ਇਸ ਚੈਪਟਰ ਨੂੰ ਖਤਮ ਕਰੀਏ। ਜਿਸ ਨੂੰ ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਦਾਊਦ ਦੀ ਧੰਨਵਾਦੀ ਪ੍ਰਾਰਥਨਾ। ਤਦ ਦਾਊਦ ਰਾਜਾ ਨੇ ਤੰਬੂ ਦੇ ਅੰਦਰ ਜਾ ਕੇ ਇਹ ਪ੍ਰਾਰਥਨਾ ਕੀਤੀ, ਮੇਰੇ ਪ੍ਰਭੂ ਪਰਮੇਸ਼ਰ, ਮੈਂ ਕੀ ਹਾਂ, ਮੇਰਾ ਟੱਬਰ ਕੀ ਹੈ, ਪਰ ਫਿਰ ਤੂੰ ਮੈਨੂੰ ਇੰਨੀ ਉੱਚੀ ਥਾਂ ਦਿੱਤੀ ਹੈ ਕਿ ਇਹ ਸਭ ਥੋੜਾ ਹੈ, ਪਰ ਫਿਰ ਵੀ ਤੂੰ ਸਰਬ ਸ਼ਕਤੀਮਾਨ ਪ੍ਰਭੂ ਅੱਗੇ ਮੇਰੇ ਵੰਸ਼ ਲਈ ਮੈਨੂੰ ਪ੍ਰਤਿਗਿਆ ਦੇ ਰਿਹਾ ਹੈ। ਮੇਰੇ ਪ੍ਰਭੂ ਪਰਮੇਸ਼ਰ ਦੀ ਕੋਈ ਮਨੁੱਖ ਇੰਨਾ ਕੁਝ ਮੇਰੇ ਪ੍ਰਭੂ ਪਰਮੇਸ਼ਰ ਕੀ ਕੋਈ ਮਨੁੱਖ ਇੰਨਾ ਕੁਝ ਦੇਖ ਸਕਦਾ ਹੈ? ਮੈਂ ਪ੍ਰਭੂ ਇਸ ਤੋਂ ਵੱਧ ਤੈਨੂੰ ਕੀ ਕਹਿ ਸਕਦਾ ਹਾਂ? ਤੂੰ ਤਾਂ ਆਪ ਹੀ ਆਪਣੇ ਇਸ ਦਾਸ ਨੂੰ ਜਾਣਦਾ ਹੈ। ਇਹ ਸਭ ਮਹਾਨ ਕੰਮ ਪ੍ਰਭੂ ਤੂੰ ਆਪ ਹੀ ਆਪਣੀ ਪ੍ਰਤਿਗਿਆ ਤੇ ਇੱਛਾ ਅਨੁਸਾਰ ਕੀਤੇ ਹਨ ਕਿ ਤੇਰਾ ਦਾਸ ਇਹਨਾਂ ਨੂੰ ਜਾਣੇ। ਪ੍ਰਭੂ ਪਰਮੇਸ਼ਰ ਤੂੰ ਤਾਂ ਬਹੁਤ ਮਹਾਨ ਹੈ। ਜਿੱਥੋਂ ਤੱਕ ਅਸੀਂ ਸੁਣਿਆ ਤੇ ਜਾਣਿਆ ਹੈ, ਤੇਰੇ ਵਰਗਾ ਦੂਜਾ ਕੋਈ ਨਹੀਂ ਹੈ। ਇਸਰਾਇਲ ਵਰਗੀ ਕੋਈ ਦੂਜੀ ਕੌਮ ਨਹੀਂ ਹੈ ਜਿਸ ਨੂੰ ਤੂੰ ਗੁਲਾਮੀ ਤੋਂ ਛੁਡਾ ਕੇ ਆਪਣੇ ਲੋਕ ਬਣਾਇਆ ਹੋਵੇ। ਤੂੰ ਉਹਨਾਂ ਦੇ ਦੇਈ ਪਰਾਈਆਂ ਕੌਮਾਂ ਅਤੇ ਦੇਵਤਿਆਂ ਨੂੰ ਉਹਨਾਂ ਦੇ ਅੱਗਿਓਂ ਕੱਢਿਆ ਅਤੇ ਵੱਡੇ ਅਦਭੁਤ ਕੰਮ ਕੀਤੇ ਹਨ। ਸੋ ਤੂੰ ਇਸਰਾਏਲੀਆਂ ਨੂੰ ਆਪਣੇ ਲਈ ਹਮੇਸ਼ਾ ਦੇ ਲਈ ਬਣਾਇਆ ਹੈ ਅਤੇ ਉਹਨਾਂ ਦਾ ਆਪ ਪਰਮੇਸ਼ਰ ਬਣਿਆ ਹੈ। ਮੇਰੇ ਪ੍ਰਭੂ ਪਰਮੇਸ਼ਰ, ਤੂੰ ਹੁਣ ਇਹ ਸਭ ਵਚਨ ਜੋ ਤੂੰ ਮੇਰੇ ਅਤੇ ਮੇਰੇ ਵੰਸ਼ ਸੰਬੰਧੀ ਕਹੇ ਹਨ ਪੂਰੇ ਕਰ। ਲੋਕ ਹਮੇਸ਼ਾ ਤੇਰੇ ਬਾਰੇ ਕਹਿਣਗੇ, ਇਸਰਾਇਲ ਉੱਤੇ ਮਹਾਨ ਪ੍ਰਭੂ ਪਰਮੇਸ਼ਰ ਆਪ ਰਾਜ ਕਰਦਾ ਹੈ। ਸੋ ਪ੍ਰਭੂ ਤੂੰ ਆਪਣੇ ਕਹੇ ਅਨੁਸਾਰ ਮੇਰੇ ਵੰਸ਼ ਦਾ ਰਾਜ ਪੱਕਿਆ ਕਰ। ਮੇਰੇ ਪ੍ਰਭੂ ਅਤੇ ਇਸਰਾਇਲ ਦੇ ਪਰਮੇਸ਼ਰ, ਮੈਂ ਇਹ ਪ੍ਰਾਰਥਨਾ ਕਰਨ ਦਾ ਹੌਸਲਾ ਕੀਤਾ ਹੈ ਕਿਉਂਕਿ ਤੂੰ ਕਿਹਾ ਹੈ ਕਿ ਤੂੰ ਮੇਰਾ ਰਾਜ ਹਮੇਸ਼ਾ ਦੇ ਲਈ ਕਾਇਮ ਕਰੇਗਾ। ਮੇਰੇ ਪ੍ਰਭੂ ਪਰਮੇਸ਼ਰ, ਤੂੰ ਪਰਮੇਸ਼ਰ ਹੈ ਅਤੇ ਤੇਰੇ ਵਚਨ ਸੱਚੇ ਹਨ ਅਤੇ ਤੂੰ ਹੀ ਆਪਣੇ ਦਾਸ ਨੂੰ ਇਹ ਭਲੀ ਪ੍ਰਤਿਗਿਆ ਦਿੱਤੀ ਹੈ। ਇਸ ਲਈ ਹੁਣ ਮੇਰੀ ਪ੍ਰਾਰਥਨਾ ਹੈ ਕਿ ਤੂੰ ਆਪਣੇ ਦਾਸ ਦੇ ਟੱਬਰ ਨੂੰ ਅਸੀਸ ਦੇ ਕਿ ਉਹ ਹਮੇਸ਼ਾ ਤੇਰੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰੇ। ਤੂੰ ਆਪ ਇਸੇ ਦੀ ਪ੍ਰਤਿਗਿਆ ਆਪਣੇ ਦਾਸ ਨੂੰ ਦਿੱਤੀ ਹੈ, ਇਸ ਲਈ ਤੂੰ ਆਪਣੇ ਦਾਸ ਦੇ ਘਰ ਉੱਤੇ ਹਮੇਸ਼ਾ ਅਸੀਸ ਦੇ। ਆਮੀਨ। ਸੋ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ, ਉਸਨੇ ਬੜੀ ਸਿੰਪਲ ਪ੍ਰਾਰਥਨਾ ਆ, ਉਸਦੀ ਬੜੀ ਸਿੰਪਲ ਪ੍ਰਾਰਥਨਾ, ਕਿਉਂਕਿ ਉਹਨੇ ਤਾਂ ਇੱਕ ਛੋਟੀ ਜਿਹੀ ਚੀਜ਼ ਸਲਾਹ ਕੀਤੀ ਸੀ, ਸਿਰਫ ਸਲਾਹ ਕੀਤੀ ਸੀਗੀ। ਉਸਨੇ ਪ੍ਰਭੂ ਤੋਂ ਇਹ ਪੁੱਛਿਆ ਨਹੀਂ ਸੀਗਾ। ਉਸਨੇ ਕਿਹਾ ਕਿ ਸਾਨੂੰ
ਹੁਣ ਪ੍ਰਭੂ ਨੇ ਸ਼ਾਂਤੀ ਦਿੱਤੀ ਆ, ਸਾਡਾ ਰਾਜ ਹਰ ਪਾਸਿਓਂ ਸ਼ਾਂਤ ਆ। ਈਵਨ ਜਿਹੜੇ ਦੂਸਰੇ ਰਾਜੇ ਆ ਉਹਨਾਂ ਨੇ ਮੇਰੇ ਮਹਿਲ ਦੇ ਲਈ ਇਹ ਸਾਰਾ ਕੁਝ ਕੀਤਾ, ਔਰ ਉਹਨਾਂ ਨੇ ਲਾਈਕ ਜਿਸ ਨੂੰ ਕਹਿੰਦੇ ਹੁੰਦੇ ਵੈਲ ਲੁਬਰੀਕੇਟਡ ਮਸ਼ੀਨ ਦੇ ਵਾਂਗ ਉਹਨਾਂ ਨੇ ਮੇਰਾ ਮਹਿਲ ਦਿਨਾਂ 'ਚ ਤਿਆਰ ਕਰਕੇ ਖੜਾ ਕਰਕੇ ਚਲੇ ਵੀ ਗਏ ਆ। ਤੇ ਕਿਉਂ ਨਾ ਅਸੀਂ ਹੁਣ ਪ੍ਰਭੂ ਦੇ ਲਈ ਮੰਦਿਰ ਬਣਾਈਏ। ਮੈਂ ਇੱਥੇ ਰਹਿਣਾ ਪਿਆ, ਪ੍ਰਭੂ ਤੰਬੂ ਦੇ ਵਿੱਚ ਰਹਿੰਦਾ ਪਿਆ, ਮੈਨੂੰ ਤਾਂ ਸ਼ਰਮ ਆਉਂਦੀ ਹੈ, ਮੈਨੂੰ ਤਾਂ ਸ਼ਰਮ ਆਉਂਦੀ ਹੈ। ਇਹ ਕਹਿਣ ਦਾ ਉਹਦਾ ਮਤਲਬ ਇਹ ਸੀਗਾ। ਸੋ ਨਥਾਨ ਦੇ ਨਾਲ ਸਲਾਹ ਕਰਦਾ ਪਿਆ ਸੀ। ਨਥਾਨ ਜਿਹੜਾ ਸੀਗਾ ਉਹ ਸੈਮੂਅਲ ਦੀ ਜਗ੍ਹਾ ਦੇ ਉੱਤੇ ਚੁਣ ਹੋਇਆ ਸੀ ਨਬੀ ਸਾਰੇ ਇਸਰਾਇਲ ਦਾ। ਸੋ ਨਥਾਨ ਉਹਨੇ ਵੀ ਕਿਹਾ ਕਰਨਾ ਕਿ ਯਾਰ ਤੇਰੀ ਸਲਾਹ ਤਾਂ ਮਾੜੀ ਨਹੀਂ, ਆਪਾਂ ਨੂੰ ਪ੍ਰਭੂ ਦੇ ਲਈ ਹੁਣ ਇੱਕ ਪੱਕਾ ਘਰ ਬਣਾਉਣਾ ਚਾਹੀਦਾ, ਜਿੱਥੇ ਅਸੀਂ ਜਦੋਂ ਤੰਬੂ ਦੇ ਵਿੱਚੋਂ ਹੁਣ ਉਸਨੂੰ ਕੱਢ ਕੇ ਤੇ ਉੱਥੇ ਰੱਖੇ। ਜਿੱਦਾਂ ਕਿ ਇੱਕ ਉਹਦੀ ਇੱਛਾ ਸੀ ਦਾਊਦ ਦੀ, ਲੇਕਿਨ ਪ੍ਰਭੂ ਨੇ ਕਿਹਾ ਕਿ ਨਹੀਂ, ਤੂੰ ਇਹਨਾਂ ਕੰਮਾਂ 'ਚ ਨਾ ਪੈ, ਜਿਹੜੇ ਕੰਮ ਦੇ ਲਈ ਮੈਂ ਤੈਨੂੰ ਚੁਣਿਆ ਤੂੰ ਉਹ ਕੰਮ ਕਰ। ਔਰ ਫਿਰ ਦਾਊਦ ਨੇ ਤੇ ਮੰਗਿਆ ਵੀ ਨਹੀਂ ਸੀ ਕਿ ਤੂੰ ਮੇਰੀ ਸੰਤਾਨ ਨੂੰ ਰਾਜ ਦੇਈਂ, ਸਭ ਕੁਛ ਦੇਈਂ। ਪ੍ਰਭੂ ਨੇ ਸਭ ਕੁਛ ਦੇ ਦਿੱਤਾ। ਆਗਿਆਕਾਰੀ ਦੀਆਂ ਬਰਕਤਾਂ ਇਹ ਹੁੰਦੀਆਂ ਕਿ ਜੋ ਚੀਜ਼ਾਂ ਸਾਡੀਆਂ ਅੱਖਾਂ ਨੇ ਦੇਖੀਆਂ ਨੇ, ਕੰਨਾਂ ਨੇ ਸੁਣੀਆਂ ਨੇ, ਔਰ ਸਾਡੇ ਅੰਤਕਰਨ ਨੇ ਕਦੀ ਸੋਚੀਆਂ ਨੇ, ਪ੍ਰਭੂ ਨੇ ਆਪਣੇ ਪਿਆਰ ਕਰਨ ਦੇ ਵਾਲਿਆਂ ਦੇ ਲਈ, ਜਿਹੜੇ ਉਹਨੂੰ ਪਿਆਰ ਕਰਦੇ, ਉਹਨਾਂ ਦੇ ਲਈ ਉਸਨੇ ਉਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖੀਆਂ, ਕਿਉਂਕਿ ਉਹ ਪ੍ਰਭੂ ਨੂੰ ਪਿਆਰ ਕਰਦਾ ਹੈ। ਉਹ ਪ੍ਰਭੂ ਨੂੰ ਪਿਆਰ ਕਰਦਾ। ਸੋ ਪ੍ਰਭੂ ਉਸ ਨੂੰ ਦੱਸ ਰਿਹਾ ਕਿ ਮੈਂ ਤੇਰੇ ਇਸ ਪਿਆਰ, ਜਿਹੜਾ ਪਿਆਰ ਤੂੰ ਮੈਨੂੰ ਕੀਤਾ, ਮੈਂ ਤੇਰੀਆਂ ਸੰਤਾਨਾਂ ਦੀ ਸੰਤਾਨ ਨੂੰ ਬਰਕਤ ਦਊਂਗਾ। ਔਰ ਜਿਸ ਵੇਲੇ ਉਹ ਪ੍ਰਭੂ ਦੀ ਉਪਾਸਨਾ ਦੇ ਵਿੱਚ ਬੈਠਾ ਆ, ਪ੍ਰਾਰਥਨਾ ਤੋਂ ਬਾਅਦ ਉਪਾਸਨਾ ਦੇ ਵਿੱਚ ਬੈਠਾ, ਤਾਂ ਉਸ ਵੇਲੇ ਪ੍ਰਭੂ ਨੇ ਜਿਹੜੀ ਉਸ ਨੂੰ ਮਹਾਨ ਚੀਜ਼ ਦਿਖਾਈ ਆ, ਉਹ ਹੈ 132 ਜ਼ਬੂਰ ਦੇ ਵਿੱਚ ਜਿਹੜਾ ਅਸੀਂ ਪੜ੍ਹਿਆ ਸੀ। ਅਗਰ ਤੁਸੀਂ 1 ਮਿੰਟ ਵਾਪਸ ਉੱਥੇ ਆ ਜਾਓ, ਪੰਨਾ ਹੈਗਾ 955, 132 ਜ਼ਬੂਰ ਔਰ ਉਸ ਦੀ 17 ਆਇਤ। 132 ਜ਼ਬੂਰ ਦੀ 17 ਆਇਤ ਕਹਿੰਦਾ, ਉੱਥੇ ਮੈਂ ਦਾਊਦ ਦੇ ਵੰਸ਼ ਦਾ ਸਿਰ ਉੱਚਾ ਕਰਾਂਗਾ ਅਤੇ ਉਸ ਦੇ ਵਿੱਚੋਂ ਆਪਣੇ ਅਭਿਸ਼ੇਕਤ ਦੇ ਲਈ ਜਗਮਗਾਉਂਦਾ ਦੀਵਾ ਪੈਦਾ ਕਰਾਂਗਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਜਗਤ ਦੀ ਰੋਸ਼ਨੀ ਮੈਂ, ਜਗਤ ਦੀ ਰੋਸ਼ਨੀ ਮੈਂ। ਜਦੋਂ ਆਪਣੀ ਪ੍ਰਾਰਥਨਾ ਤੋਂ ਬਾਅਦ ਪ੍ਰਭੂ ਦੀ ਉਪਾਸਨਾ ਦੇ ਵਿੱਚ ਗਿਆ ਹੈ, ਤੇ ਪ੍ਰਭੂ ਨੇ ਉਸ ਨੂੰ ਦਿਖਾਇਆ ਕਿ ਤੂੰ ਤਾਂ ਕੁਛ ਹਾਲੇ ਦੇਖਿਆ ਹੀ ਨਹੀਂ ਦਾਊਦ, ਤੇਰੀ ਤੇ ਚੀਜ਼ ਸੋਚ ਵਿੱਚ ਵੀ ਨਹੀਂ ਆਈ ਜੋ ਮੈਂ ਕਰਨ ਜਾ ਰਿਹਾ। ਯਿਸੂ ਮਸੀਹ ਤੇਰੀ ਕੁੱਖ ਚੋਂ ਪੈਦਾ ਹੋਏਗਾ, ਤੇਰਾ ਨਾਂ ਉਸ ਦੇ ਨਾਲ ਜੋੜਿਆ ਜਾਏਗਾ। ਉਹ ਅੰਨੇ ਬੋਲੇ, ਉਹ ਕੋੜ ਦੇ ਨਾਲ ਭਰੇ ਹੋਏ, ਉਹ ਆਵਾਜ਼ ਦਿੰਦੇ, ਦਾਊਦ ਦੇ ਪੁੱਤਰ ਸਾਡੇ ਤੇ ਦਇਆ ਕਰ, ਸਾਡੇ ਤੇ ਦਇਆ। ਤੂੰ ਕੀ ਚਾਹੁੰਦਾ? ਮੈਂ ਅੱਖਾਂ ਚਾਹੁੰਦਾ, ਤੇ ਦੇਖ ਮੈਨੂੰ, ਮੈਂ ਸਾਫ਼ ਹੋਣਾ ਚਾਹੁੰਦਾ। ਕੋੜੀ ਕਹਿੰਦਾ ਤੇ ਸਾਫ਼ ਹੋ ਜਾ। ਔਰ ਉਸਨੂੰ ਛੋਇਆ ਪ੍ਰਭੂ ਨੇ ਕੋੜੀ। ਉਹ ਜਗਮਗਾਉਂਦਾ ਜਿਹੜਾ ਦੀਵਾ ਆ, ਜਿਹਦਾ ਇੰਤਜ਼ਾਰ ਆਦਮ ਦੇ ਵੇਲੇ ਤੋਂ ਸਾਰੀ ਦੁਨੀਆ ਕਰ ਰਹੀ ਹੈ, ਔਰ ਜਿਹਦੇ ਨਾਮ ਦੇ ਉੱਤੇ ਝੂਠੇ ਬਹੁਤ ਬਣ ਕੇ ਬੈਠੇ ਹੋ, ਜਿਹਦੇ ਨਾਮ ਦੇ ਉੱਤੇ ਬਹੁਤ ਸਾਰੇ ਆਪਣੇ ਆਪ ਨੂੰ ਬਣਾ ਕੇ ਬੈਠੇ ਹੋ, ਉਹ ਤੇਰੇ ਘਰ ਚ ਪੈਦਾ ਹੋ ਗਿਆ। ਔਰ ਜਿਹੜਾ ਤਾਜ ਉਸ ਦੇ ਸਿਰ ਤੇ ਰੱਖਿਆ ਜਾਏਗਾ, ਉਸ ਨੂੰ ਕੋਈ ਖੋ ਨਹੀਂ ਸਕੇਗਾ। ਠੀਕ। ਸੋ ਇਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਪਏ ਹਾਂ ਕਿ ਜੋ ਪ੍ਰਭੂ ਨੂੰ ਪਿਆਰ ਕਰਦੇ, ਸਿੰਪਲੀ ਪਿਆਰ ਕਰਦੇ,
ਉਹਨਾਂ ਦੇ ਲਈ ਪ੍ਰਭੂ ਨੇ ਮਹਾਨ ਬਰਕਤਾਂ ਰੱਖੀਆਂ। ਉਹਨਾਂ ਨੂੰ ਮੰਗਣਾ ਨਹੀਂ ਪੈਂਦਾ, ਉਹਨਾਂ ਨੂੰ ਪ੍ਰਭੂ ਦੱਸਦਾ ਮੈਂ ਤੈਨੂੰ ਕੀ ਦੇਣਾ। ਬਹੁਤ ਫਰਕ ਆ ਇੱਕ ਮੰਗਣਾ ਤੇ ਇੱਕ ਦੱਸਣਾ। ਦਾਊਦ ਨੇ ਕੋਈ ਐਸੀ ਚੀਜ਼ ਨਹੀਂ ਪ੍ਰਭੂ ਤੋਂ ਮੰਗੀ, ਸਗੋਂ ਪ੍ਰਭੂ ਨੇ ਦੱਸਿਆ ਕਿ ਮੈਂ ਤੇਰੇ ਲਈ ਕੀ ਕੁਛ ਮੈਂ ਤੇਰੇ ਲਈ ਕਿਹੜੀ ਲਿਸਟ ਤਿਆਰ ਕਰਕੇ ਰੱਖੀ, ਮੈਂ ਤੈਨੂੰ ਕੀ ਦੇ। Isn't that amazing? ਇਹ ਹੈ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੀ ਲੰਘਦੇ ਹਾਂ ਤੇ ਅਸੀਂ ਫਰਕ ਦੇਖਦੇ ਹਾਂ। ਇੱਕ ਸਾਊਲ ਸੀ ਜਿਹੜਾ ਰੋ ਰਿਹਾ ਸੀ ਕਿ ਮੇਰੇ ਘਰ ਚੋਂ, ਮੇਰੇ ਖਾਨਦਾਨ ਚੋਂ ਮੇਰੀ ਰਾਜ ਗੱਦੀ ਨਾ ਜਾਏ। ਸੈਮੂਅਲ ਦਾ ਕੱਪੜਾ ਫੜ ਲਿਆ, ਉਹਦਾ ਕੁੜਤਾ ਪਾੜ ਸਿੱਟਿਆ, ਮੈਂ ਤੈਨੂੰ ਨਹੀਂ ਜਾਣ ਦੇਣਾ। ਮੁਰਦਿਆਂ ਦੇ ਵਿੱਚੋਂ ਉਸਨੂੰ ਜਿਸ ਲਈ ਚਲ ਗਿਆ, ਉਹਦੀ ਆਤਮਾ ਨੂੰ ਵਾਪਸ ਬੁਲਾਇਆ, ਕੁਛ ਨਹੀਂ ਮਿਲਿਆ। ਇੱਕ ਨੇ ਮੰਗਿਆ ਵੀ ਨਹੀਂ, ਉਸਨੂੰ ਸਾਰਾ ਕੁਛ ਮਿਲ ਗਿਆ। ਇਹ ਹੈ ਪ੍ਰਭੂ ਦੀ ਮਹਾਨ ਬਰਕਤ। ਇੱਕ ਪਿਆਰ ਉਸਨੇ ਕੀਤਾ ਕਿ ਉਸਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਕਿ ਜੋ ਕੋਈ ਉਸ ਦੇ ਵਿੱਚ ਵਿਸ਼ਵਾਸ ਲਿਆਏ ਨਾਸ਼ ਨਾ ਹੋਏ ਬਲਕਿ ਸਦਾ ਦੀ ਜ਼ਿੰਦਗੀ ਪਾਏ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ, ਉਸ ਸਦਾ ਦੀ ਜ਼ਿੰਦਗੀ ਨੂੰ ਮੁਕਤੀ ਕਿਹਾ ਜਾਂਦਾ। ਕਰਮਾਂ ਦੇ ਨਾਲ ਮੁਕਤੀ ਕਿਸੇ ਨੂੰ ਨਹੀਂ ਮਿਲ ਸਕਦੀ। ਜਪ ਤਪ ਕਰਨ ਦੇ ਨਾਲ ਮੁਕਤੀ ਕਿਸੇ ਨੂੰ ਨਹੀਂ ਮਿਲ ਸਕਦੀ। ਸਿਰਫ ਮੁਕਤੀ ਦਾਤਾ ਜਿਸ ਨੂੰ ਮਿਲ ਜਾਏ, ਮੁਕਤੀ ਸਿਰਫ ਉਸ ਨੂੰ ਮਿਲਦੀ, ਸਿਰਫ ਉਸ ਨੂੰ। ਔਰ ਪ੍ਰਭੂ ਦੇ ਸਾਨੂੰ ਬੜੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਸਾਡੇ ਪਿਆਰੇ ਪ੍ਰਭੂ ਨੇ ਸਾਨੂੰ ਆਪਣਾ ਇਕਲੌਤਾ ਪੁੱਤਰ ਦਿੱਤਾ ਔਰ ਜਿਸ ਦੇ ਖਾਨਦਾਨ ਦੇ ਵਿੱਚ ਦਿੱਤਾ, ਉਸ ਨੂੰ ਬਿਨ ਮੰਗੇ ਮੋਤੀ ਮਿਲੇ ਕਿਉਂਕਿ ਉਹ ਪ੍ਰਭੂ ਨੂੰ ਪਿਆਰ ਕਰਦਾ। ਭਜਨ ਪੜਾਂਗੇ, ਭਜਨ 16। ਸਾਮ 16 ਜਿਸ ਨੂੰ ਮੈਂ ਪੜ੍ਹਦੇ ਹਾਂ ਪਾਸਟਰ ਜੀ। ਜੀ 837 ਪੇਜ, ਸੁਰੱਖਿਆ ਦੇ ਲਈ ਪ੍ਰਾਰਥਨਾ। हे ਪਰਮੇਸ਼ਰ, ਤੂੰ ਮੇਰੀ ਰੱਖਿਆ ਕਰ, ਮੈਂ ਤੇਰੀ ਹੀ ਸ਼ਰਨ ਆਇਆ ਹਾਂ। ਮੈਂ ਪ੍ਰਭੂ ਨੂੰ ਕਿਹਾ ਹੈ, ਤੂੰ ਮੇਰਾ ਪ੍ਰਭੂ ਹੈ। ਸਭ ਚੰਗੀਆਂ ਚੀਜ਼ਾਂ ਦਾ ਸੋਮਾ ਤੂੰ ਹੀ ਹੈ। ਵਿਸ਼ਵਾਸੀ ਜੋ ਇਸ ਧਰਤੀ ਉੱਤੇ ਹਨ ਆਦਰਯੋਗ ਹਨ। ਉਹਨਾਂ ਨਾਲ ਮੇਰੀ ਹੀ ਖੁਸ਼ੀ ਹੈ, ਉਹਨਾਂ ਨਾਲ ਹੀ ਮੇਰੀ ਖੁਸ਼ੀ ਹੈ। ਜੋ ਲੋਕ ਦੂਜੇ ਦੇਵਤਿਆਂ ਦੇ ਪਿੱਛੇ ਜਾਂਦੇ ਹਨ, ਉਹ ਆਪਣੇ ਦੁੱਖਾਂ ਵਿੱਚ ਵਾਧਾ ਕਰਦੇ ਹਨ। ਦੇਵਤਿਆਂ ਦੇ ਸਾਹਮਣੇ ਖੂਨ ਬਲੀ ਨਹੀਂ ਚੜਾਵਾਂਗਾ। ਮੈਂ ਉਹਨਾਂ ਦੇ ਨਾਂ ਤੱਕ ਆਪਣੇ ਬੁੱਲਾਂ ਤੇ ਨਹੀਂ ਲਿਆਵਾਂਗਾ। ਪ੍ਰਭੂ ਤੂੰ ਮੇਰਾ ਠਹਿਰਾਇਆ ਵਿਰਸਾ ਹੈ। ਤੇਰੇ ਤੋਂ ਹੀ ਮੇਰੀ ਹਰ ਲੋੜ ਪੂਰੀ ਹੁੰਦੀ ਹੈ। ਤੇਰੇ ਹੱਥਾਂ ਵਿੱਚ ਹੀ ਮੇਰਾ ਭਵਿੱਖ ਹੈ। ਮੇਰੇ ਹਿੱਸੇ ਵਿੱਚ ਸੁੰਦਰ ਥਾਵਾਂ ਆਈਆਂ ਹਨ। ਮੇਰਾ ਵਿਰਸਾ ਅਤ ਉੱਤਮ ਹੈ। ਪ੍ਰਭੂ ਤੋਂ ਮੈਨੂੰ ਮਿਲੀ ਸਲਾਹ ਲਈ ਮੈਂ ਉਸ ਦੀ ਵਡਿਆਈ ਕਰਾਂਗਾ। ਰਾਤ ਦੇ ਸ਼ਾਂਤ ਵਾਤਾਵਰਣ ਵਿੱਚ ਵੀ ਮੇਰਾ ਮਨ ਮੇਰੀ ਅਗਵਾਈ ਕਰਦਾ ਹੈ। ਮੈਂ ਹਮੇਸ਼ਾ ਪ੍ਰਭੂ ਨੂੰ ਆਪਣੇ ਸਾਹਮਣੇ ਰੱਖਦਾ ਹਾਂ। ਉਹ ਹਰ ਸਮੇਂ ਮੇਰੇ ਸੱਜੇ ਹੱਥ ਹੈ। ਮੈਂ ਸਦਾ ਅਟਲ ਰਹਾਂਗਾ, ਇਸ ਲਈ ਮੇਰਾ ਮਨ ਆਨੰਦਿਤ ਅਤੇ ਖੁਸ਼ ਹੈ। ਮੈਂ ਹਮੇਸ਼ਾ ਸੁਰੱਖਿਅਤ ਹਾਂ। ਤੂੰ ਮੈਨੂੰ ਨਰਕ ਕੁੰਡ ਵਿੱਚ ਜਾਣ ਨਹੀਂ ਦੇਵੇਂਗਾ। ਤੂੰ ਨਹੀਂ ਚਾਹੁੰਦਾ ਕਿ ਤੇਰਾ ਪਵਿੱਤਰ ਜਨ ਕਬਰ ਦਾ ਮੂੰਹ ਦੇਖੇ। ਤੂੰ ਮੈਨੂੰ ਜੀਵਨ ਦਾ ਰਾਹ ਦਿਖਾਉਂਦਾ ਹੈ। ਮੈਂ ਤੇਰੀ ਸੰਗਤ ਵਿੱਚ ਭਰਪੂਰ ਆਨੰਦ ਮਾਣਦਾ ਹਾਂ। ਮੈਨੂੰ ਤੇਰੇ ਕੋਲ ਰਹਿ ਕੇ ਹੀ ਖੁਸ਼ੀ ਮਿਲਦੀ ਹੈ। ਆਮੀਨ। ਬਹੁਤ ਵੱਡੇ ਫਰੰਟ ਦੇ ਉੱਤੇ ਉਹ ਜਾ ਰਿਹਾ, ਜੋ ਪ੍ਰਭੂ ਹੁਣ ਜੋ ਕੰਮ ਉਸ ਦੇ ਰਾਹੀਂ ਕਰਨ ਜਾ ਰਿਹਾ। ਬਹੁਤ ਸਾਰੇ ਕੰਮ ਅਧੂਰੇ ਜਿਹੜੇ ਛੱਡ ਦਿੱਤੇ ਸੀ, ਜੋ ਸਾਊਲ ਨੇ ਕਰਨੇ ਸੀਗੇ, ਔਰ ਜਿਹੜਾ ਉਸਨੇ ਆਪਣਾ ਸਾਰਾ ਸਮਾਂ ਦਾਊਦ ਦੇ ਪਿੱਛੇ ਲੱਗ ਕੇ ਗਵਾਇਆ, ਜਿਸ ਦੇ ਨਾਲ ਉਸਨੇ ਉਸ ਦੀਆਂ ਜੋ ਕੰਢੇ ਤੇ ਲੋਕ ਜਿਹੜੇ ਵੱਸਦੇ ਸੀਗੇ, ਜਿਹੜੇ ਬਹੁਤ ਦੁਖੀ ਹਾਲਤ ਦੇ ਵਿੱਚ ਸੀ ਵਿਚਾਰੇ, ਹੁਣ ਪ੍ਰਭੂ ਨੇ ਦਾਊਦ ਦੇ ਰਾਹੀਂ ਉਹਨਾਂ ਨੂੰ ਬਰਕਤ ਦੇਣੀ, ਉਹਨਾਂ ਲੋਕਾਂ ਨੂੰ ਬਰਕਤ ਦੇਣੀ ਆ ਦਾਊਦ ਦੇ ਰਾਹੀਂ। ਸੋ ਆਓ ਅਸੀਂ 8ਵੇਂ ਭਾਵ ਦੇ ਵਿੱਚ ਆ ਗਏ ਹਾਂ।
8ਵੇਂ ਭਾਵ ਦੇ ਵਿੱਚ ਅਸੀਂ ਜਿਸਲੇ ਪਹੁੰਚਦੇ ਹਾਂ ਤੇ ਅਸੀਂ ਉਸ ਦੀਆਂ ਪਹਿਲਾਂ 9 ਆਇਤਾਂ ਪੜਾਂਗੇ। ਮੈਂ ਹੀ ਪੜ੍ਹਦਾ ਵਾਸਤੇ ਜੀ ਮੇਰੀ ਭੈਣ। ਦਾਊਦ ਦੀ ਜਿੱਤ। ਸੋ ਅੱਗੇ ਚੱਲ ਕੇ ਦਾਊਦ ਨੇ ਫਿਲਿਸਤੀ ਲੋਕਾਂ ਉੱਤੇ ਹੱਲੇ ਕੀਤੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਹਰਾ ਕੇ ਆਪਣੇ ਇਲਾਕਿਆਂ ਵਿੱਚੋਂ ਕੱਢ ਦਿੱਤਾ। ਫਿਰ ਉਸਨੇ ਮੁਆਬ ਦੇ ਲੋਕਾਂ ਨੂੰ ਹਰਾਇਆ। ਉਸਨੇ ਉਹਨਾਂ ਦੇ 3 ਹਿੱਸੇ ਕਰ ਦਿੱਤੇ, ਜਿਨ੍ਹਾਂ ਵਿੱਚੋਂ ਉਸਨੇ 2 ਹਿੱਸੇ ਕਤਲ ਕਰ ਦਿੱਤੇ ਤੇ ਤੀਜਾ ਹਿੱਸਾ ਉਸਨੇ ਆਪਣੇ ਅਧੀਨ ਰੱਖ ਲਿਆ, ਜੋ ਟੈਕਸ ਭਰਨ ਲੱਗੇ। ਫਿਰ ਦਾਊਦ ਨੇ ਸਬਾਹ ਦੇ ਰਾਜਾ ਨੂੰ ਜਿੱਤਿਆ। ਸਬਾਹ ਦਾ ਰਾਜਾ ਹਦਦ ਅਜਰ ਸੀ, ਜਿਸ ਦੇ ਪਿਤਾ ਦਾ ਨਾਂ ਰਹੋਬ ਸੀ। ਉਹ ਫਰਾਤ ਦਰਿਆ ਦੇ ਕੰਢੇ ਉਤਲੇ ਆਪਣੇ ਇਲਾਕੇ ਨੂੰ ਛਡਾਉਣ ਆਇਆ ਸੀ। ਜਦੋਂ ਦਾਊਦ ਨੇ ਉਸ ਨੂੰ ਹਰਾਇਆ, ਦਾਊਦ ਨੇ ਰਹੋਬ ਦੇ 1700 ਘੋੜਸਵਾਰ ਅਤੇ 20,000 ਪੈਦਲ ਸਿਪਾਹੀ ਬੰਦੀ ਬਣਾ ਲਏ। ਉਸਨੇ 100 ਰੱਥਾਂ ਦੇ ਲਈ ਘੋੜੇ ਰੱਖ ਕੇ ਬਾਕੀ ਸਭ ਨੂੰ ਲੰਘਿਆ ਕਰ ਦਿੱਤਾ। ਦਮਸ਼ਕ ਦੇ ਰਾਮੀ ਲੋਕ ਵੀ ਰਾਜਾ ਹਦਦ ਅਜਰ ਦੀ ਮਦਦ ਲਈ ਆਏ, ਪਰ ਦਾਊਦ ਨੇ ਉਹਨਾਂ ਦੇ ਵੀ 22,000 ਆਦਮੀ ਮਾਰ ਦਿੱਤੇ। ਦਾਊਦ ਨੇ ਰਾਮੀ ਲੋਕਾਂ ਦੇ ਇਲਾਕੇ ਵਿੱਚ ਵੀ ਆਪਣੀਆਂ ਫੌਜਾਂ ਚੌਂਕੀਆਂ ਬਣਾਈਆਂ ਅਤੇ ਇਸ ਤਰ੍ਹਾਂ ਉਸਦੇ ਗੁਲਾਮ ਬਣ ਗਏ ਅਤੇ ਉਸਨੂੰ ਟੈਕਸ ਭਰਨ ਲੱਗੇ। ਜਿੱਥੇ ਵੀ ਦਾਊਦ ਜਾਂਦਾ ਸੀ, ਪ੍ਰਭੂ ਉਸਨੂੰ ਜੇਤੂ ਕਰਦਾ ਸੀ। ਦਾਊਦ ਨੇ ਹਦਦ ਅਜਰ ਦੇ ਆਦਮੀਆਂ ਦੀਆਂ ਸੋਨੇ ਦੀਆਂ ਸਭ ਢਾਲਾਂ ਖੋਹ ਕੇ ਯਰੂਸ਼ਲਮ ਵਿੱਚ ਲੈ ਗਿਆ। ਹਦਦ ਅਜਰ ਨੇ ਨਗਰਾਂ, ਬਟਾ ਅਤੇ ਬਰੋਤੋਈ ਵਿੱਚੋਂ ਦਾਊਦ ਨੇ ਬਹੁਤ ਸਾਰਾ ਕਹਿਹਾਂ ਵੀ ਲੁੱਟਿਆ। ਜਦੋਂ ਹਮਾਤ ਦੇ ਰਾਜਾ ਤੋਈ ਨੇ ਸੁਣਿਆ ਕਿ ਰਾਜਾ ਦਾਊਦ ਨੇ ਇੱਥੋਂ ਅੱਗੇ ਤੁਸੀਂ ਪੜ੍ਹਨਾ ਸਿਸਟਰ ਜੀ। ਇੱਥੇ ਥੋੜਾ ਜਿਹਾ ਦੇਖਣਾ ਵੀ ਇਹ ਕਿਹੜੇ ਇਲਾਕਿਆਂ ਦੀ ਗੱਲ ਹੋ ਰਹੀ ਆ, ਨਹੀਂ ਤਾਂ ਫਿਰ ਅਸੀਂ ਜਿੱਦਾਂ ਇਹ ਦੇਖਦੇ ਹਾਂ ਕਿ ਆਪਾਂ ਪੜ੍ਹਦੇ ਚਲੇ ਜਾਂਦੇ ਹਾਂ, ਲੇਕਿਨ ਆਪਾਂ ਦੇਖਦੇ ਨਹੀਂ, ਹਨਾ। ਸੋ ਅੱਛਾ, ਹੁਣ ਜਿਹੜਾ ਦਾਊਦ ਨੇ ਸਭ ਤੋਂ ਪਹਿਲਾਂ, ਕਿਉਂਕਿ ਅਸੀਂ ਦੇਖਿਆ ਕਿ ਇਧਰਲੇ ਪਾਸਿਓਂ ਜਿਹੜੇ ਫਿਲਿਸਤੀ ਰਾਜੇ ਆ ਉਹ ਬਾਰ-ਬਾਰ ਹੱਲਾ ਕਰਦੇ। ਸੋ ਦਾਊਦ ਨੇ ਸਭ ਤੋਂ ਪਹਿਲਾਂ ਤੇ ਇਹਨਾਂ ਦੇ ਜਿਹੜੇ ਦੰਦ ਆ ਉਹ ਖੱਟੇ ਕੀਤੇ, ਇਹਨਾਂ ਨੂੰ ਮੁੜ ਕੇ ਉੱਠਣ ਜੋਗਾ ਨਹੀਂ ਛੱਡਿਆ। ਅੱਗੇ ਅਸੀਂ ਮੈਪ ਦੇ ਵਿੱਚ ਦੇਖਦੇ ਸੀ ਕਿ ਉਹਨਾਂ ਦਾ ਏਰੀਆ ਇੱਥੋਂ ਕਾਫੀ ਤੱਕ ਇੱਥੇ ਤੱਕ ਹੁੰਦਾ ਸੀ, ਲੇਕਿਨ ਦਾਊਦ ਨੇ ਉਹਨਾਂ ਨੂੰ ਸਿਰਫ ਕੰਢਿਆਂ ਦੇ ਉੱਤੇ ਰਹਿਣ ਦੇ ਲਈ ਮਜਬੂਰ ਕਰ ਦਿੱਤਾ। ਔਰ ਆਹ ਜਿਹੜਾ ਇਲਾਕਾ ਜਿੱਥੇ ਉਹ ਜਾ ਕੇ ਉਹਨਾਂ ਨੇ ਵਸਣਾ ਸ਼ੁਰੂ ਕੀਤਾ, ਕਿਉਂਕਿ ਇਹ ਮੈਪ ਦਾਊਦ ਦੇ ਸਮੇਂ ਦਾ ਹੈ, ਔਰ ਇਹ ਜਿੱਥੇ ਜਾ ਕੇ ਉਹਨਾਂ ਨੇ ਵਸਣਾ ਸ਼ੁਰੂ ਕੀਤਾ ਇਹ ਬੇਸਿਕਲੀ ਰੇਤ ਆ, ਇੱਥੇ ਕੁਛ ਨਹੀਂ। ਅਗਰ ਤੁਸੀਂ ਮੂਵੀ ਦੇਖੋਗੇ ਨਾ 6 days of war, ਜਿਹੜੀ ਇਜ਼ਰਾਈਲ ਤੇ ਇਜਿਪਟ ਔਰ ਉਸ ਤੋਂ ਬਾਅਦ ਜੋਰਡਨ ਤੇ ਸੀਰੀਆ ਦੇ ਵਿਚਕਾਰ ਹੋਈ ਸੀਗੀ, 6 ਦਿਨ ਦੀ ਲੜਾਈ ਹੋਈ ਸੀਗੀ। ਉਸ ਦੇ ਵਿੱਚ ਤੁਸੀਂ ਇਸ ਏਰੀਏ ਨੂੰ ਦੇਖ ਸਕਦੇ ਆ ਕਿ ਇਸ ਨਥਿੰਗ, ਰੇਤਾ ਦੇ ਟਿੱਲਿਆਂ ਦੇ ਬਰਾਬਰ ਕੁਛ ਨਹੀਂ। ਸੋ ਦਾਊਦ ਨੇ ਉਹਨਾਂ ਨੂੰ ਇੱਥੋਂ ਇਹਨਾਂ ਜਿਹੜੇ ਹਰੇ ਭਰੇ ਇਲਾਕਿਆਂ ਚੋਂ ਤੱਕ ਕੇ ਇੱਧਰਲੇ ਪਾਸੇ ਲਿਆ, ਇਹ ਮੁੜ ਕੇ ਉੱਠਣ ਜੋਗੇ ਨਹੀਂ ਰਹੇ। ਇਸੇ ਤਰ੍ਹਾਂ ਇਹ ਜਿਹੜੇ ਮੁਆਬ ਦੇ ਲੋਕ ਸੀਗੇ, ਇਹ ਬਾਰ-ਬਾਰ ਇੱਧਰਲੇ ਪਾਸੇ ਜਿਹੜੇ ਪ੍ਰਭੂ ਦੇ ਬੰਦੇ ਰਹਿੰਦੇ ਸੀ, ਇਹ ਉਹਨਾਂ ਨੂੰ ਤੰਗ ਕਰਦੇ ਸੀ। ਇਹ ਆਪਣੇ ਨਹੀਂ ਹਟਦੇ ਸੀਗੇ। ਸੋ ਦਾਊਦ ਨੇ ਜਿਹੜਾ ਇਲਾਕਾ ਮੁਆਬੀ ਲੋਕਾਂ ਦੇ ਨੂੰ, ਕਿਉਂਕਿ ਪ੍ਰਭੂ ਦਾ ਹੁਕਮ ਸੀਗਾ ਇਹਨਾਂ ਨੂੰ ਉਹ ਸਾਰਿਆਂ ਨੂੰ ਮਾਰ ਨਹੀਂ ਸੀ ਸਕਦੇ, ਕਿਉਂਕਿ ਇਹ ਲੂਤ ਦੀ ਸੰਤਾਨ ਸੀ। ਜਿਹੜਾ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਤੇ ਉਤਪਤ ਦੇ 12ਵੇਂ ਭਾਗ ਦੇ ਵਿੱਚ ਜਿਸ ਵੇਲੇ ਅਬਰਾਹਮ ਗਿਆ ਤੇ ਉਹਦਾ ਭਤੀਜਾ ਲੂਤ ਵੀ ਉਸਦੇ ਨਾਲ ਚੱਲ ਪਿਆ। ਸੋ ਉਸਨੇ 2 ਇਲਾਕਿਆਂ ਨੂੰ ਤਾਂ ਬਿਲਕੁਲ ਖਤਮ ਕਰ ਦਿੱਤਾ, ਤੀਸਰੇ ਨੂੰ ਉਸਨੇ ਆਪਣੇ ਅਧੀਨ ਕਰ ਲਿਆ, ਯਾਨੀ ਕਿ ਤੀਸਰਾ ਜਿਹੜਾ ਇਲਾਕਾ ਆ ਉਹ 2 ਪਾਸੇ ਤੋਂ ਇੱਕ ਤਰ੍ਹਾਂ ਦਾ ਹੁਣ ਸੈਂਡਵਿਚ ਬਣਿਆ ਆ। ਇੱਧਰਲੇ ਪਾਸੇ ਦਾਊਦ ਦਾ ਆਹ ਇਲਾਕਾ ਸਾਰਾ ਉਸਨੇ ਜਿੱਤਿਆ ਆ, ਔਰ ਇੱਧਰਲੇ ਪਾਸਿਓਂ ਵੀ ਦਾਊਦ ਦਾ ਜਿਹੜੀਆਂ ਸੈਨਾਵਾਂ ਆ ਉਹ ਇੱਧਰਲੇ ਪਾਸੇ ਵੀ ਆ। ਔਰ ਇਸੇ ਤਰ੍ਹਾਂ ਜਿਹੜਾ ਦਮਿਸ਼ਕ ਦਾ ਜਿਹੜਾ ਇਲਾਕਾ ਆ, ਆਹ ਦਮਿਸ਼ਕ ਦਾ ਇਲਾਕਾ, ਉੱਪਰਲਾ ਇਲਾਕਾ ਜਿਹੜਾ ਅਸੀਂ ਦੇਖਦੇ ਪਏ ਆ। ਸੋ ਦਾਊਦ ਨੇ ਦਮਿਸ਼ਕ ਦਾ ਇਲਾਕਾ ਵੀ ਕਾਫੀ ਇਲਾਕਾ ਆਪਣੇ ਵਿੱਚ ਰਲਾ ਲਿਆ। ਸੋ ਇਹ ਵੱਖਰੇ ਵੱਖਰੇ ਰਾਜੇ ਆ ਜਿਹਨਾਂ ਦੇ ਅਸੀਂ ਨਾਂ ਪੜ੍ਹਦੇ ਪਏ ਆ, ਇਹ ਸਾਰੇ, ਕਿਉਂਕਿ ਦਮਿਸ਼ਕ ਸਾਰਾ ਇੱਕ ਇਲਾਕਾ, ਇੱਕ ਦੇ ਅਧੀਨ ਨਹੀਂ ਸੀਗਾ, ਛੋਟੇ ਛੋਟੇ ਕਈ ਰਾਜੇ ਸੀ। ਜਿੱਦਾਂ ਅਸੀਂ ਆਹ ਦੇਖਦੇ ਪਏ ਨਾ ਤੇ ਛੋਟੇ ਛੋਟੇ ਰਾਜੇ ਦੇਖਦੇ ਪਏ ਆ, ਏਦਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਛੋਟੇ ਛੋਟੇ ਰਾਜੇ ਬਹੁਤ ਸੀਗੇ। ਸੋ ਦਾਊਦ ਨੇ ਇਹਨਾਂ ਤੋਂ ਵੀ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ, ਜਿਹੜਾ ਇਹਨਾਂ ਕੰਢਿਆਂ ਤੇ ਰਹਿ ਰਹੇ ਸੀਗੇ, ਔਰ ਹਮੇਸ਼ਾ ਇਹ ਜਿਹੜੇ ਲੋਕ ਸੀਗੇ ਇਹ ਇਹਨਾਂ ਦੇ ਉੱਤੇ ਹਮਲੇ ਕਰਕੇ ਤੇ ਇਹਨਾਂ ਨੂੰ ਤੰਗ ਕਰਦੇ ਸੀ। ਲੇਕਿਨ ਜਿਹੜੇ ਰਾਜੇ ਆ, ਇਹਨਾਂ ਨੇ ਦਾਊਦ ਦੇ ਨਾਲ ਪਹਿਲਾਂ ਹੀ ਸੰਧੀ ਕਰ ਲਈ, ਇਹਨਾਂ ਨੇ ਕੰਮ ਹੀ ਨਿਬੇੜ ਦਿੱਤਾ। ਇਹਨਾਂ ਨੇ ਦਾਊਦ ਦਾ ਮਹਿਲ ਬਣਾ ਕੇ ਉਸਨੂੰ ਮਹਿਲ ਬਣਾ ਦਿੱਤਾ ਔਰ ਕਹਿ ਦਿੱਤਾ ਕਿ ਸਾਡੀ ਤੇਰੀ ਕੋਈ ਲੜਾਈ ਨਹੀਂ,
ਔਰ ਇਹਨਾਂ ਦੇ ਨਾਲ ਜਿਹੜੀ ਦਾਊਦ ਦੀ ਸੰਧੀ ਸੀ। ਲੇਕਿਨ ਆ ਜਿਹੜੇ ਇਲਾਕੇ ਅਸੀਂ ਦੇਖਦੇ ਪਏ ਆ ਕਿ ਜਿਹੜਾ ਹੁਣ ਦਾਊਦ ਨੇ ਜਿਨ੍ਹਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਆ ਸਾਰੇ ਇਲਾਕਿਆਂ ਦੀ ਗੱਲ ਹੋ ਰਹੀ ਹੈ। ਸੋ ਆਓ ਬਸ ਚਲੀਏ। ਹਾਂਜੀ 9ਵੀਂ ਆਇਤ ਤੋਂ ਸਿਸਟਰ ਜੀ ਅੱਗੇ। ਹਾਂਜੀ, ਜਦੋਂ ਹਮਾਕ ਦੇ ਰਾਜਾ ਤੋਈ ਨੇ ਸੁਣਿਆ ਕਿ ਰਾਜਾ ਦਾਊਦ ਨੇ ਹਦਦ ਅਜਰ ਦੀ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਹੈ, ਤਾਂ ਉਸਨੇ ਆਪਣੇ ਪੁੱਤਰ ਜੋਰਾਮ ਨੂੰ ਦਾਊਦ ਨੂੰ ਵਧਾਈ ਦੇਣ ਘੱਲਿਆ, ਕਿਉਂਕਿ ਹਦਦ ਅਜਰ ਰਾਜਾ ਤੋਈ ਵਿਰੁੱਧ ਲੜਦਾ ਰਹਿੰਦਾ ਸੀ। ਸੋ ਜੋਰਾਮ ਦਾਊਦ ਕੋਲ ਸੋਨੇ, ਚਾਂਦੀ ਤੇ ਕਹੇ ਦੇ ਭਾਂਡੇ ਸੁਗਾਤ ਦੇ ਤੌਰ ਤੇ ਲੈ ਕੇ ਆਇਆ। ਦਾਊਦ ਨੇ ਉਹ ਚੀਜ਼ਾਂ ਬਾਕੀ ਕੌਮਾਂ ਦੇ ਸਭ ਸੋਨੇ ਚਾਂਦੀ ਦੇ ਨਾਲ ਜੋ ਉਸਨੇ ਜਿੱਤੇ ਸਨ ਪ੍ਰਭੂ ਦੇ ਸਾਹਮਣੇ ਅਰਪਿਤ ਕਰ ਦਿੱਤੇ। ਉਸ ਨੇ ਇਹਨਾਂ ਸਭ ਕੌਮਾਂ ਨੂੰ ਹਰਾਇਆ ਸੀ, ਅਰਾਮੀ, ਮੁਆਬੀ, ਅਮੋਨੀ, ਫਿਲਸਤੀ, ਅਮਾਲੇਕੀ ਅਤੇ ਸੁਬਾਹ ਦਾ ਰਾਜਾ ਰਹੋਬ ਦਾ ਪੁੱਤਰ ਹਦਦ ਅਜਰ। ਫਿਰ ਜਦੋਂ ਦਾਊਦ 18,000 ਅਦੋਮੀ ਲੋਕਾਂ ਨੂੰ ਲੂਣ ਦੀ ਵਾਦੀ ਵਿੱਚ ਮਾਰ ਕੇ ਵਾਪਸ ਮੁੜਿਆ ਤਾਂ ਉਸਦੀ ਪ੍ਰਸਿੱਧੀ ਹੋਰ ਚਾਰੇ ਪਾਸੇ ਫੈਲ ਗਈ। ਦਾਊਦ ਨੇ ਆਪਣੀਆਂ ਫੌਜੀ ਚੌਂਕੀਆਂ ਸਾਰੇ ਅਦੋਮ ਵਿੱਚ ਵੀ ਬਿਠਾ ਦਿੱਤੀਆਂ ਤੇ ਅਦੋਮੀ ਵੀ ਉਸਦੇ ਗੁਲਾਮ ਬਣ ਗਏ। ਦਾਊਦ ਜਿੱਥੇ ਵੀ ਜਾਂਦਾ ਸੀ ਪ੍ਰਭੂ ਉਸਨੂੰ ਜੇਤੂ ਕਰਦਾ ਸੀ। ਸੋ ਦਾਊਦ ਸਾਰੇ ਇਜ਼ਰਾਈਲ ਉੱਤੇ ਰਾਜ ਕਰਦਾ ਸੀ ਤੇ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਉਸ ਦੀ ਸਾਰੀ ਪ੍ਰਜਾ ਨੂੰ ਠੀਕ ਠੀਕ ਨਿਆਂ ਮਿਲੇ। ਸਰੂਯਾ ਦਾ ਪੁੱਤਰ ਜੋਆਬ ਦਾਊਦ ਦਾ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫਾਟ ਉਸ ਦਾ ਇਤਿਹਾਸਕਾਰ ਸੀ। ਅਹੀਟੂਬ ਦਾ ਪੁੱਤਰ ਸਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਪੁਰੋਹਿਤ ਸਨ ਅਤੇ ਸਰਾਯਾ ਲਖਾਰੀ ਸੀ। ਯਹੋਯਦਾ ਦਾ ਪੁੱਤਰ ਬਣਿਆ ਦਾਊਦ ਦੇ ਸੁਰੱਖਿਆ ਦਲ ਦਾ ਆਗੂ ਸੀ ਤੇ ਦਾਊਦ ਦੇ ਆਪਣੇ ਪੁੱਤਰ ਦੀਵਾਨ ਸਨ। ਆਮੀਨ। ਸੋ ਹੁਣ ਅਸੀਂ ਦੇਖਦੇ ਪਏ ਹਾਂ ਕਿ ਇੱਕ ਪ੍ਰੋਪਰ ਜਿਸ ਤਰ੍ਹਾਂ ਕਿ ਉਹਨਾਂ ਦੀ ਇੱਕ ਟੀਮ ਬਣ ਗਈ ਹੈ, ਇੱਕ ਕੈਬਨਿਟ ਬਣ ਗਈ, ਇੱਕ ਮਿਨਿਸਟਰੀ ਬਣ ਗਈ। ਉਸਦੇ ਪੁੱਤਰ ਜਿਹੜੇ ਸੀਗੇ ਉਹਨਾਂ ਦੀ ਆਪਣੀ ਜੌਬ ਸੀਗੀ, ਉਹ ਕਰਦੇ ਪਏ ਸੀਗੇ। ਜਿਹੜਾ ਸੈਨਾ ਦਾ ਜਿਹੜਾ ਸਾਰਾ ਕੰਮ ਸੀਗਾ ਉਹ ਉਸਨੇ ਯੋਆਬ ਦੇ ਥੱਲੇ ਰੱਖਿਆ ਸੀਗਾ। ਔਰ ਜਿਹੜੀਆਂ ਮੇਨ ਦੋ ਚੀਜ਼ਾਂ ਜਿਹੜੀਆਂ ਇੱਥੇ ਦੇਖਣ ਵਾਲੀਆਂ ਉਹਨਾਂ ਦੇ ਉੱਤੇ ਸਾਨੂੰ ਬਹੁਤ ਧਿਆਨ ਦੇਣਾ ਪੈਣਾ, ਔਰ ਉਹ ਇਹ ਹੈ ਜਿਸ ਲਈ ਅਸੀਂ 16ਵੀਂ ਆਇਤ ਪੜ੍ਹਦੇ ਹਾਂ। ਸਰੂਆ ਦਾ ਪੁੱਤਰ ਯੋਆਬ ਦਾਊਦ ਦਾ ਸੈਨਾਪਤੀ ਸੀ ਅਤੇ ਅਲੀਹੂਦ ਦਾ ਪੁੱਤਰ ਯਹੋਸ਼ਾਫਾਟ ਉਸਦਾ ਇਤਿਹਾਸਕਾਰ ਸੀ। ਵਾਟ ਡਜ਼ ਮੀਨ? ਜਿਸ ਵੇਲੇ ਅਸੀਂ ਜਾਣਾ ਹੈਗਾ ਆ ਤੇ ਦੋ ਕਿਤਾਬਾਂ ਆਉਣੀਆਂ ਅੱਗੇ, ਪਹਿਲਾ ਇਤਿਹਾਸ ਤੇ ਦੂਜਾ ਇਤਿਹਾਸ, ਪਹਿਲਾ ਇਤਿਹਾਸ ਤੇ ਦੂਜਾ ਇਤਿਹਾਸ। ਸੋ ਉਹ ਜਿਹੜੀਆਂ ਇਤਿਹਾਸ ਦੀਆਂ ਜਿਹੜੀਆਂ ਪੋਥੀਆਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨੋਟ ਕਰਦੇ ਪਏ। ਔਰ ਅਸੀਂ ਦੇਖਣਾ ਕਿ ਜਿਸ ਲਈ ਅਸੀਂ ਪਹਿਲੇ ਇਤਿਹਾਸ ਤੇ ਦੂਜੇ ਇਤਿਹਾਸ ਦੇ ਵਿੱਚ ਜਾਣਾ ਤੇ ਅਸੀਂ ਦੇਖਣਾ ਕਿ ਬੇਸਿਕਲੀ ਅਸੀਂ ਸੇਮ ਚੀਜ਼ਾਂ ਦੁਆਰਾ ਪੜ੍ਹਦੇ ਪਏ। ਇਹ ਸਾਰੀਆਂ ਚੀਜ਼ਾਂ ਅਸੀਂ ਦੁਆਰਾ ਕਿਉਂ ਪੜ੍ਹਦੇ ਪਏ? ਤਿੰਨ ਤਰ੍ਹਾਂ ਦੇ ਨਾਲ ਇਹ ਇਤਿਹਾਸ ਲਿਖਿਆ ਗਿਆ। ਇਹ ਜਿਹੜਾ ਇਤਿਹਾਸ ਅਸੀਂ ਪੜ੍ਹਦੇ ਪਏ ਹਾਂ ਇਹ ਨਥਾਨ ਨਬੀ ਨੇ ਲਿਖਿਆ। ਇਸ ਤੋਂ ਪਹਿਲਾਂ ਸੈਮੂਅਲ, ਕਿਉਂਕਿ ਨਥਾਨ ਉਸਦਾ ਜਿੱਦਾਂ ਕਿ ਉਸਦੇ ਅਧੀਨ ਸੀਗਾ, ਉਸਦਾ ਚੇਲਾ ਸੀਗਾ, ਜੋ ਜਿੱਦਾਂ ਅਸੀਂ ਕਹਿ ਲਈਏ ਸ਼ਾਗਿਰਦ ਸੀਗਾ। ਉਸ ਵੇਲੇ ਨਥਾਨ ਨੇ ਇਹ ਦੋਨੇ ਪੁਸਤਕਾਂ, ਪਹਿਲਾ ਸੈਮੂਅਲ ਦੂਜਾ ਸੈਮੂਅਲ, ਆਪਣੇ ਮੈਂਟੋਰ ਦੇ ਨਾਂ ਦੇ ਉੱਤੇ ਲਿਖੀਆਂ, ਕਿਉਂਕਿ ਪਹਿਲਾਂ ਉਸਨੇ ਸਾਨੂੰ ਸੈਮੂਅਲ ਦੀ ਕਹਾਣੀ ਸਾਰੀ ਦੱਸੀ ਆ, ਫਿਰ ਉਸ ਤੋਂ ਬਾਅਦ ਫਿਰ ਸਾਨੂੰ ਰਾਜਾ ਸਾਊਲ ਦੀ, ਫਿਰ ਹੁਣ ਅਸੀਂ ਦਾਊਦ ਦੀ ਪੜ੍ਹਦੇ ਪਏ ਹਾਂ। ਸੋ ਇਹ ਸਾਰਾ ਜਿਹੜਾ ਇਤਿਹਾਸ, ਜਿਹੜੀ ਇਹ ਪੁਸਤਕ ਅਸੀਂ ਪੜ੍ਹਦੇ ਪਏ, ਇਹ ਨਬੀਆਂ ਦੇ ਦੁਆਰਾ ਲਿਖੀ ਗਈ ਹੈ। ਔਰ ਜਿਸ ਲਈ ਅਸੀਂ ਗਾਂਹ ਜਾਣਾ, ਅਸੀਂ ਪੜ੍ਹਨਾ ਪਹਿਲਾ ਰਾਜਾ ਤੇ ਦੂਜਾ ਰਾਜਾ। ਜਿਹੜਾ ਪਹਿਲਾ ਰਾਜਾ ਤੇ ਦੂਜਾ ਰਾਜਾ ਜਿਹੜੀਆਂ ਪੁਸਤਕਾਂ ਆ, ਔਰ ਜਿਸ ਲਈ ਅਸੀਂ ਅੱਗੇ ਦੇਖਦੇ ਹਾਂ, ਅਹੀਟੂਬ ਦਾ ਪੁੱਤਰ ਸਦੋਕ ਅਤੇ ਅਬਿਆਸਾਰ ਦਾ ਪੁੱਤਰ ਅਹੀਮਲਕ ਪੁਰੋਹਿਤ ਸਨ ਅਤੇ ਸਰਿਆ ਲਿਖਾਰੀ ਸੀ। ਕੀ ਲਿਖਦੇ ਪਏ ਸੀ ਉਹ ਜਿਹੜੇ ਲਿਖਾਰੀ ਸੀ? ਸੋ ਜਿਹੜਾ ਫਸਟ ਕਿੰਗਸ ਤੇ ਸੈਕੰਡ ਕਿੰਗਸ ਆ, ਉਹ ਸਾਨੂੰ ਜਿਹੜੀਆਂ ਪੁਸਤਕਾਂ ਮਿਲੀਆਂ ਹੈਗੀਆਂ ਉਹ ਪ੍ਰੋਤਾਂ ਦੇ ਦੁਆਰਾ ਲਿਖੀਆਂ ਗਈਆਂ। ਉਹੀ ਇਤਿਹਾਸ ਆ ਜਿਹੜਾ ਪ੍ਰੋਤਾਂ ਨੇ ਲਿਖਿਆ, ਜਿਸ ਉਸੇ ਇਤਿਹਾਸ ਨੂੰ ਪ੍ਰੋਹਿਤ ਜਿੱਦਾਂ ਦੇਖਦੇ ਪਏ ਆ ਉਹ ਲਿਖਦੇ ਪਏ। ਇੱਥੇ ਜਿਸ ਤਰ੍ਹਾਂ ਨਥਾਨ ਦੇਖਦਾ ਪਿਆ, ਨਥਾਨ ਤੇ ਜਿਹੜੇ ਉਸਦੇ ਨਾਲ ਦੇ ਨਬੀ ਆ ਉਹ ਲਿਖਦੇ ਪਏ। ਜਿਹੜੇ ਇਤਿਹਾਸਕਾਰ ਜਿਨ੍ਹਾਂ ਨੂੰ ਇਤਿਹਾਸ ਲਿਖਣ ਦੇ ਲਈ ਹੀ ਚੁਣਿਆ ਗਿਆ ਆ, ਉਹਨਾਂ ਨੇ ਜਿਹੜੀਆਂ ਦੋ ਪੁਸਤਕਾਂ ਅੱਗੇ ਲਿਖੀਆਂ ਉਹ ਹੈ ਪਹਿਲਾ ਇਤਿਹਾਸ ਤੇ ਦੂਜਾ ਇਤਿਹਾਸ।
ਸੋ ਜਿਸ ਲਈ ਅਸੀਂ ਹੁਣ ਇਹਨਾਂ ਸਾਰੀਆਂ ਪੁਸਤਕਾਂ ਦੇ ਵਿੱਚ ਦੀ ਲੰਘਣਾ, ਜਿਹੜੀਆਂ ਅਗਲੀਆਂ 4 ਪੁਸਤਕਾਂ ਦੇ ਵਿੱਚ ਦੀ ਲੰਘਣਾ, ਅਸੀਂ ਦੇਖਣਾ ਕਿ ਬਹੁਤ ਸਾਰੀ ਚੀਜ਼ ਰੈਪੀਟੇਸ਼ਨ ਆ, ਪਰ ਥੋੜਾ ਫਰਕ ਸਾਨੂੰ ਜ਼ਰੂਰ ਦਿਖਾਈ ਦੇਣਾ। ਉਹ ਫਰਕ ਦਾ ਮਤਲਬ ਇਹ ਨਹੀਂ ਕਿ ਪਹਿਲੀਆਂ 2 ਪੋਥੀਆਂ ਗਲਤ ਆ। ਉਹਦਾ ਮਤਲਬ ਇਹ ਆ ਕਿ ਉਹ ਆਪਣੇ ਨਜ਼ਰੀਏ ਦੇ ਨਾਲ, ਪੁਰੋਹਿਤ ਆਪਣੇ ਨਜ਼ਰੀਏ ਦੇ ਨਾਲ ਲਿਖਦੇ ਪਏ ਆ, ਜੋ ਉਹ ਦੇਖਦੇ ਪਏ ਆ ਉਹ ਲਿਖਦੇ ਪਏ ਆ। ਲਾਈਕ ਮੈਂ ਤੁਹਾਨੂੰ ਇਸ ਤਰ੍ਹਾਂ ਵੀ ਪੜ੍ਹਾ ਸਕਦਾ ਸੀਗਾ ਕਿ ਅੱਛਾ ਹੁਣ ਅਸੀਂ ਇੱਥੇ 8ਵੇਂ ਚੈਪਟਰ 'ਚ ਪਹੁੰਚ ਗਏ ਹਾਂ, ਹੁਣ ਅਸੀਂ ਇਤਿਹਾਸ ਦੀ ਪੋਥੀ 'ਚ ਜਾਵਾਂਗੇ, ਉੱਥੇ ਵੀ ਇਸ ਤਰ੍ਹਾਂ ਲਿਖਿਆ, ਆਓ ਉਸ ਨੂੰ ਪੜ੍ਹੀਏ। ਲੇਕਿਨ ਉਸ ਦੇ ਨਾਲ ਕਨਫਿਊਜ਼ਨ ਬਹੁਤ ਹੋਣੀ ਸੀ ਸਾਨੂੰ, ਅਸੀਂ ਅੱਗੇ ਪਿੱਛੇ ਬਹੁਤ ਜਾਣਾ ਸੀਗਾ। ਮੈਂ ਉਹਦੇ ਵਿੱਚ ਕੋਈ ਵਿਜ਼ਡਮ ਨਹੀਂ ਸਮਝੀ। ਉਹਦੇ ਨਾਲ ਜਿਹੜੇ ਦਾਊਦ ਦੇ ਜ਼ਬੂਰ ਸਮੇਂ ਸਿਰ ਆਉਂਦੇ ਉਹ ਪੜ੍ਹਨੇ ਠੀਕ ਆ। ਸੋ ਅਸੀਂ ਜਿਹੜਾ ਇਹਨੂੰ ਇਸ ਤਰ੍ਹਾਂ ਪੜ੍ਹਦੇ ਪਏ ਆ, ਅਸੀਂ ਦੇਖਣਾ ਕਿ ਬਹੁਤ ਸਾਰੀ ਰੈਪੀਟੇਸ਼ਨ ਆ, ਲੇਕਿਨ ਕੁਛ ਚੀਜ਼ਾਂ ਫਰਕ ਹੋਣੀਆਂ। ਸੋ ਉਹ ਫਰਕ ਇਸ ਕਰਕੇ ਆ ਕਿ ਹੋਣੀਆਂ ਕਿ ਜਿੱਦਾਂ ਇਤਿਹਾਸਕਾਰਾਂ ਨੇ ਜਿਸ ਲਈ ਦੇਖਣਾ, ਉਹਨਾਂ ਦੇ ਆਪਣੇ ਦੇਖਣ ਦਾ ਇੱਕ ਨਜ਼ਰੀਆ। ਪੁਰੋਹਿਤ ਜਿਸ ਤਰ੍ਹਾਂ ਲਿਖਦੇ ਪਏ ਆ, ਉਹਨਾਂ ਦਾ ਇੱਕ ਆਪਣਾ ਨਜ਼ਰੀਆ, ਉਹ ਉਸ ਤਰੀਕੇ ਦੇ ਨਾਲ ਲਿਖਦੇ ਪਏ। ਨਬੀ ਜਿਹੜੇ ਲਿਖਦੇ ਪਏ ਆ, ਉਹਨਾਂ ਦਾ ਇੱਕ ਆਪਣਾ ਨਜ਼ਰੀਆ। ਠੀਕ, ਅਸੀਂ ਦੇਖਣਾ ਕਿ ਨਬੀਆਂ ਦਾ ਜਿਹੜਾ ਲਿਖਣ ਦਾ ਤਰੀਕਾ ਉਹ ਪ੍ਰੋਫੈਸੀ ਵੱਲ ਨੂੰ ਜ਼ਿਆਦਾ ਹੈ, ਨਬੂਵਤ ਵੱਲ ਨੂੰ ਜ਼ਿਆਦਾ ਹੈ। ਇਤਿਹਾਸਕਾਰਾਂ ਦਾ ਜਿਹੜਾ ਨਜ਼ਰੀਆ ਉਹ ਕੱਲੀ ਬਰੀਕੀ ਦੇ ਉੱਤੇ ਜ਼ਿਆਦਾ, ਕਿ ਉਸਦਾ ਪੁੱਤਰ ਸੀ ਤੇ ਉਸਦੇ ਪੁੱਤਰ ਸੀ ਤੇ ਉਸਦਾ ਸੀ ਤੇ ਉਹ ਉਹਦਾ ਪੁੱਤਰ ਸੀ ਤੇ ਉਹਦਾ ਪੁੱਤਰ ਸੀ। ਉੱਥੇ ਏਦਾਂ ਦੀਆਂ ਅਸੀਂ ਬਰੀਕੀਆਂ ਬਹੁਤ ਦੇਖਣੀਆਂ। ਰਾਜਿਆਂ ਦੀ ਪੋਥੀ ਦੇ ਜਿਸ ਲਈ ਅਸੀਂ ਜਾਣਾ, ਜਿਹੜੀਆਂ ਪੁਰੋਹਿਤਾਂ ਨੇ ਲਿਖੀਆਂ ਹੈਗੀਆਂ, ਉਹਨਾਂ ਦਾ ਜਿਹੜਾ ਸਾਰਾ ਜਿਹੜਾ ਫੋਕਸ ਹੋਣਾ ਉਹ ਪ੍ਰਭੂ ਦੇ ਮੰਦਿਰ ਦੇ ਵਿੱਚ ਤੇ ਉਹਨਾਂ ਦੇ ਵਿੱਚ ਹੋਣਾ, ਰਾਜਿਆਂ ਦੇ ਵਿੱਚ ਹੋਣਾ। ਉਹਨਾਂ ਦਾ ਰਾਜਿਆਂ ਦਾ ਉਹਦੇ ਵਿੱਚ ਉਹਨਾਂ ਦਾ ਕੀ ਰਿਸ਼ਤਾ ਆ, ਨਬੀ ਜਿਹੜੇ ਆਏ ਆ ਉਹ ਕੀ ਕਹਿ ਰਹੇ ਆ, ਉਹ ਸਾਰਾ ਉਧਰਲੇ ਪਾਸੇ ਨੂੰ ਹੋਣਾ। ਸੋ ਜਸਟ ਵਾਂਟ ਟੂ ਕਲੈਰੀਫਾਈ, ਕਿਉਂਕਿ ਇਹ ਜਿਹੜੀਆਂ ਆਇਤਾਂ ਆਈਆਂ ਇਹ ਬਹੁਤ ਹੀ ਇੰਪੋਰਟੈਂਟ ਆਇਤਾਂ ਆ, ਇਹਨਾਂ ਨੂੰ ਅਸੀਂ ਇਸ ਤਰ੍ਹਾਂ ਨਹੀਂ ਛੱਡ ਸਕਦੇ। ਸੋ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਪ੍ਰਭੂ ਨੇ ਉਸਦੇ ਲਈ ਬੇਸਿਕਲੀ ਸੋਰਟ ਆਊਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਦੇ ਉੱਤੇ ਬੈਠਣੀਆਂ ਸ਼ੁਰੂ ਹੋ ਗਈਆਂ। ਲੋਕਾਂ ਨੂੰ ਨਿਆਂ ਮਿਲਦਾ ਪਿਆ। ਫੌਜ ਦੇ ਉੱਤੇ ਇੱਕ ਅੱਛਾ ਜਨਰਲ ਆ ਜਿਹੜਾ ਜਿਸ ਦਾ ਸਾਰਾ ਧਿਆਨ ਫੌਜ ਦੇ ਉੱਤੇ ਆ। ਆਲੇ ਦੁਆਲੇ ਦੇ ਜਿਹੜੇ ਇਲਾਕੇ ਆ ਜਿਹੜੇ ਅਸੀਂ ਪਿੱਛੇ ਦੇਖ ਕੇ ਹਟੇ ਆ, ਉਹਨਾਂ ਦੇ ਉੱਤੇ ਦਾਊਦ ਦੀ ਜਿੱਤ ਆ। ਸੋ ਹੁਣ ਸਾਰੇ ਇਲਾਕੇ ਜਿਹੜੇ ਹੈਗੇ ਆ, ਇਹਨਾਂ ਦੇ ਉੱਤੇ ਦਾਊਦ ਦੀ ਜਿੱਤ ਆ, ਇਹਨਾਂ ਦੇ ਉੱਤੇ ਚੌਕੀਆਂ ਲੱਗ ਚੁੱਕੀਆਂ ਆ। ਇਹ ਲੋਕ ਹੁਣ ਟੈਕਸ ਭਰਦੇ ਪਏ ਆ। ਇਹਨਾਂ ਦੀ ਆਪਣੀ ਨੇਸ਼ਨ ਨਹੀਂ ਰਹਿ ਗਈ। ਜੇ ਇੱਥੇ ਰਾਜਾ ਇਹਨਾਂ ਕੋਲ ਹੋਊਗਾ ਵੀ ਤਾਂ ਪਪਟ ਰਾਜੇ ਆ ਉਹ ਸਾਰੇ। ਇਸੇ ਤਰ੍ਹਾਂ ਅਦੋਮ ਦੇ ਉੱਤੇ ਅਦੋਮ ਦਾ ਇਲਾਕਾ, ਅਦੋਮੀ ਲੋਕ ਕੌਣ ਸੀਗੇ? ਅਦੋਮੀ ਲੋਕ ਜਿਹੜੇ ਸੀਗੇ ਕਿ ਜਿਸ ਵੇਲੇ ਅਸੀਂ ਦੇਖਦੇ ਹੈਗੇ ਆ ਕਿ ਜਿਹੜੇ 2 ਪੁੱਤਰ ਸੀਗੇ ਇਸਹਾਕ ਦੇ, ਠੀਕ, ਇੱਕ ਦਾ ਨਾਂ ਜੇਕਬ ਸੀ, ਦੂਸਰੇ ਦਾ ਨਾਂ ਈਸੋ ਸੀ। ਸੋ ਜਿਹੜੀ ਈਸੋ ਦੀ ਸੰਤਾਨ ਆ ਉਹਨਾਂ ਦਾ ਇਲਾਕਾ ਹੈ। ਸੋ ਅਸੀਂ ਦੇਖਦੇ ਪਏ ਆ ਕਿ ਦਾਊਦ ਦੀਆਂ ਜਿਹੜਾ ਦਾਊਦ ਦੇ ਕੋਲ ਇਲਾਕਾ ਸੀਗਾ ਉਹ ਇੱਥੇ ਤੱਕ ਸੀ, ਲੇਕਿਨ ਦਾਊਦ ਨੇ ਇੱਥੋਂ ਵੀ ਅੱਗੇ ਵੱਧ ਕੇ ਇਹਨਾਂ ਦੇ ਉੱਤੇ ਵੀ ਹੁਣ ਆਪਣਾ ਕਬਜ਼ਾ ਕਰ ਲਿਆ ਹੈ। ਔਰ ਇਸੇ ਤਰ੍ਹਾਂ ਮੁਆਬ ਦੇ ਉੱਤੇ ਹੁਣ ਸੋ ਦੇਸ਼ ਦਾ ਅਸੀਂ ਵਾਧਾ ਹੁੰਦਾ ਦੇਖਦੇ ਪਏ ਆ। ਜਿੰਨੀਆਂ ਵੀ ਲੀਕਾਂ ਅਸੀਂ ਦੇਖਦੇ ਪਏ ਆ, ਇਹਨਾਂ ਸਾਰਿਆਂ ਇਲਾਕਿਆਂ ਦੇ ਉੱਤੇ ਜਾਂ ਤਾਂ ਦਾਊਦ ਦੀ ਸੰਧੀ ਆ, ਜਿਸ ਤਰ੍ਹਾਂ ਇਹਨਾਂ ਦੇ ਨਾਲ ਦਾਊਦ ਦੀ ਸੰਧੀ ਆ, ਔਰ ਇਹਨਾਂ ਨੂੰ ਜਿਹੜਾ ਲਾਲ ਇਲਾਕਾ ਦੇਖਦੇ ਪਏ ਆ, ਇਹਨਾਂ ਨੂੰ ਦਾਊਦ ਨੇ ਧੱਕ ਕੇ ਉਨੇ ਕੁ ਇਲਾਕੇ ਦੇ ਵਿੱਚ ਹੀ ਰੱਖ ਦਿੱਤਾ ਕਿ ਜਿਹੜਾ ਥੋੜਾ ਬਹੁਤਾ ਇਲਾਕਾ ਜਿੱਥੇ ਇਹ ਵਸਦੇ ਪਏ ਆ, ਜਿਹੜਾ ਕਿ ਬੇਸਿਕਲੀ ਇਸ ਜੰਕ, ਜੇ ਅਗਰ ਦੇਖਿਆ ਜਾਵੇ ਤਾਂ ਇਹ ਉੱਥੇ ਮੱਛੀਆਂ ਫੜ ਕੇ ਖਾਣ ਜੋਗੇ ਔਰ ਰਹਿਣ ਦਿੱਤੇ ਆ। ਔਰ ਇਹ ਸਾਰੇ ਇਲਾਕੇ ਦੇ ਵਿੱਚ ਪ੍ਰਭੂ ਨੇ ਦਾਊਦ ਨੂੰ ਜਿੱਤ ਦੇ ਦਿੱਤੀ ਆ। ਬੇਸਿਕਲੀ ਦਾਊਦ ਦਾ ਤੁਸੀਂ ਇਹ ਕਹਿ ਸਕਦੇ ਆ ਕਿ 3 ਗੁਣਾ ਰਾਜ ਜਿਹੜਾ ਆ ਉਹ ਦਾਊਦ ਦੇ ਸਮੇਂ ਦੇ ਵਿੱਚ ਵੱਧ ਗਿਆ ਆ। ਧਰਤੀ ਜਿਹੜੀ ਉਹ 3 ਗੁਣਾ ਪ੍ਰਭੂ ਨੇ ਉਸਦੀ ਵਧਾ ਦਿੱਤੀ ਹੈ। ਔਰ ਜਿੱਥੇ ਵੀ ਉਹ ਜਾ ਰਿਹਾ ਪ੍ਰਭੂ ਉਸ ਨੂੰ ਜਿੱਤ ਦੇ ਰਿਹਾ, ਉਸ ਨੂੰ ਹਾਰ ਦਾ ਮੂੰਹ ਨਹੀਂ ਦੇਖਣਾ ਪੈਂਦਾ। ਜਿਸ ਪਾਸੇ ਵੀ ਉਹ ਜਾ ਰਿਹਾ ਉੱਥੋਂ ਜਿੱਤ ਕੇ ਵਾਪਸ ਆ ਰਿਹਾ। ਔਰ ਜਿਹੜਾ ਸੋਨਾ ਚਾਂਦੀ ਉਸ ਨੂੰ ਮਿਲਦਾ ਆ, ਜੋ ਵੀ ਉੱਥੋਂ ਮਿਲਦਾ ਉਹ ਉਸ ਨੂੰ ਲਿਆ ਕੇ ਪ੍ਰਭੂ ਦੇ ਘਰ ਰੱਖ ਦਿੰਦਾ।
ਇਸ ਨੂੰ ਬੜੇ ਧਿਆਨ ਦੇ ਨਾਲ ਦੇਖਿਓ, ਉੱਥੋਂ ਗਾਂਹ ਜਾ ਕੇ ਸਾਨੂੰ ਪਤਾ ਲੱਗਣਾ ਕਿ ਕਿਉਂ ਇਹ ਕਰਦਾ ਪਿਆ। ਜਿੱਥੋਂ ਵੀ ਉਹ ਸੋਨਾ ਚਾਂਦੀ ਲੈ ਕੇ ਆਉਂਦਾ, ਉਹ ਪ੍ਰਭੂ ਦੇ ਘਰ ਦੇ ਵਿੱਚ ਉਸ ਨੂੰ ਰੱਖ ਦਿੰਦਾ। ਸੋਨਾ ਚਾਂਦੀ ਕੈਹਾਂ ਧਾਤਾਂ ਜਿੰਨੀਆਂ ਵੀ ਹੈ, ਉਹਨਾਂ ਨੂੰ ਲਿਆ ਕੇ ਉਹ ਪ੍ਰਭੂ ਦੇ ਘਰ ਰੱਖ ਦਿੰਦਾ। ਔਰ ਬਾਕੀ ਦੀਆਂ ਜਿਹੜੀਆਂ ਚੀਜ਼ਾਂ, ਜੜ ਕੇ ਘੋੜੇ ਕਾੜੇ ਜਿਹੜੇ ਉਸਨੂੰ ਮਿਲਦੇ ਆ, ਜਿੰਨੇ ਉਸਨੂੰ ਚਾਹੀਦੇ ਉਹ ਚਾਹੀਦੇ ਆ, ਬਾਕੀ ਉਹ ਜਿਸ ਤਰ੍ਹਾਂ ਵਚਨ ਚ ਕਹਿੰਦੇ ਉਹਨਾਂ ਦੀਆਂ ਕੱਸਾਂ ਵੱਢ ਦਿੰਦੇ ਸੀਗੇ, ਲੇਕਿਨ ਉਹ ਮੁੜ ਕੇ ਲੜਾਈ ਦੇ ਯੋਗ ਨਹੀਂ ਰਹਿੰਦੇ ਸੀ ਘੋੜੇ, ਲੜਾਈ ਦੇ ਯੋਗ ਉਹ ਘੋੜੇ ਨਹੀਂ ਰਹਿੰਦੇ ਸੀ। ਸੋ ਆਓ ਅਸੀਂ ਇੱਕ ਜ਼ਬੂਰ ਪੜਾਂਗੇ, ਸਾਮ 9, ਜ਼ਬੂਰ 9। मैं पढ़ते हैं पास्टर जी। जी 832 पेज। ਪ੍ਰਭੂ ਦਾ ਧੰਨਵਾਦ ਮੈਂ ਆਪਣੇ ਪੂਰੇ ਦਿਲ ਨਾਲ ਕਰਾਂਗਾ, ਉਸ ਦੇ ਸਭ ਅਦਭੁਤ ਕੰਮ ਦਾ ਮੈਂ ਵਰਣਨ ਕਰਾਂਗਾ। ਹੇ ਪਰਮ ਪ੍ਰਧਾਨ, ਮੈਂ ਤੇਰੇ ਕਾਰਨ ਬਹੁਤ ਆਨੰਦਿਤ ਹੋਵਾਂਗਾ, ਮੈਂ ਤੇਰੇ ਨਾਂ ਦੀ ਵਡਿਆਈ ਕਰਾਂਗਾ। ਮੇਰੇ ਵੈਰੀ ਪਿਛਾਂਹ ਮੁੜ ਜਾਂਦੇ ਹਨ, ਉਹ ਤੇਰੇ ਸਾਹਮਣੇ ਡਿੱਗ ਕੇ ਨਾਸ਼ ਹੋ ਜਾਂਦੇ ਹਨ। ਤੂੰ ਸਿੰਘਾਸਨ ਉੱਤੇ ਸੱਚ ਨਿਆਂਕਰਤਾ ਦੀ ਵਾਂਗ ਬੈਠਦਾ ਹੈ, ਤੂੰ ਮੇਰੇ ਹੱਕ ਵਿੱਚ ਫੈਸਲਾ ਦਿੱਤਾ ਹੈ। ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਨੂੰ ਨਾਸ਼ ਕੀਤਾ ਹੈ, ਤੂੰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਸਾਡੇ ਵੈਰੀਆਂ ਦਾ ਹਮੇਸ਼ਾ ਲਈ ਅੰਤ ਹੋ ਗਿਆ, ਤੂੰ ਉਹਨਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੀ ਯਾਦ ਤੱਕ ਖਤਮ ਹੋ ਚੁੱਕੀ ਹੈ। ਪ੍ਰਭੂ ਸਿੰਘਾਸਨ ਉੱਤੇ ਹਮੇਸ਼ਾ ਦੇ ਲਈ ਬੈਠਾ ਹੈ, ਉਹ ਉਸ ਦੇ ਨਿਆਂ ਦੇ ਲਈ ਆਪਣਾ ਸਿੰਘਾਸਨ, ਉਸਨੇ ਨਿਆਂ ਦੇ ਲਈ ਆਪਣਾ ਸਿੰਘਾਸਨ ਲਾ ਰੱਖਿਆ ਹੈ। ਉਸ ਦੇ ਰਾਜ ਦਾ ਆਧਾਰ ਸੱਤ ਹੈ, ਉਹ ਕੌਮਾਂ ਦਾ ਨਿਆਂ ਸੱਚ ਦੇ ਆਧਾਰ ਤੇ ਕਰਦਾ ਹੈ। ਪ੍ਰਭੂ ਜ਼ੁਲਮ ਹੇਠ ਪਿਸ ਰਹੇ ਲੋਕਾਂ ਦਾ ਕਿਲਾ ਹੈ, ਉਹ ਦੁੱਖ ਦੇ ਸਮੇਂ ਲਈ ਉਹਨਾਂ ਦਾ ਆਸਰਾ ਹੈ। ਜੋ ਤੇਰੇ ਨਾਂ ਨੂੰ ਜਾਣਦੇ ਹਨ, ਉਹ ਤੇਰੇ ਤੇ ਭਰੋਸਾ ਰੱਖਦੇ ਹਨ। ਪ੍ਰਭੂ ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੀ ਛੱਡਦਾ ਨਹੀਂ। ਪ੍ਰਭੂ ਦੀ ਵਡਿਆਈ ਕਰੋ, ਉਹ ਸਿਓਨ ਵਿੱਚ ਰਹਿੰਦਾ ਹੈ, ਉਸ ਦੇ ਕੰਮਾਂ ਬਾਰੇ ਤੁਸੀਂ ਲੋਕਾਂ ਨੂੰ ਦੱਸੋ। ਉਹ ਖੂਨ ਦਾ ਬਦਲਾ ਲੈਂਦਿਆਂ ਨਤਾਣਿਆਂ ਨੂੰ ਯਾਦ ਕਰਦਾ ਹੈ, ਉਹ ਉਹਨਾਂ ਦੀ ਪੁਕਾਰ ਨੂੰ ਭੁੱਲਦਾ ਨਹੀਂ ਹੈ। ਹੇ ਪ੍ਰਭੂ ਤੂੰ ਮੇਰੇ ਤੇ ਦਇਆ ਕਰ, ਤੂੰ ਮੇਰੇ ਉਹਨਾਂ ਦੁੱਖਾਂ ਨੂੰ ਦੇਖ ਜੋ ਮੈਨੂੰ ਮੇਰੇ ਵੈਰੀਆਂ ਤੋਂ ਮਿਲੇ ਹਨ। ਤੂੰ ਤਾਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਹੈ। ਮੈਂ ਸਿਓਨ ਦੇ ਲੋਕਾਂ ਸਾਹਮਣੇ ਤੇਰੀਆਂ ਸਭ ਵਡਿਆਈਆਂ ਬਾਰੇ ਦੱਸਾਂਗਾ। ਮੈਂ ਤੇਰੇ ਤੋਂ ਮਿਲੇ ਛੁਟਕਾਰੇ ਲਈ ਆਨੰਦਿਤ ਹੋਵਾਂਗਾ। ਪਰਾਈਆਂ ਕੌਮਾਂ ਦੇ ਲੋਕ ਆਪਣੇ ਪੁੱਟੇ ਹੋਏ ਟੋਇਆਂ ਵਿੱਚ ਆਪ ਹੀ ਡਿੱਗ ਪਏ ਹਨ, ਉਹ ਆਪ ਹੀ ਆਪਣੇ ਫੰਦਿਆਂ ਵਿੱਚ ਫਸ ਚੁੱਕੇ ਹਨ। ਪ੍ਰਭੂ ਨੇ ਆਪਣੇ ਆਪ ਨੂੰ ਆਪਣੇ ਤੇ ਪ੍ਰਗਟ, ਆਪਣੇ ਕੀਤੇ ਨਿਆਂ ਦੇ ਦੁਆਰਾ ਪ੍ਰਗਟ ਕੀਤਾ ਹੈ। ਬੁਰੇ ਲੋਕ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿੱਚ ਫਸ ਗਏ ਹਨ। ਬੁਰੇ ਲੋਕਾਂ ਦਾ ਟਿਕਾਣਾ ਨਰਕ ਕੁੰਡ ਹੀ ਹੈ, ਉਹਨਾਂ ਕੌਮਾਂ ਦਾ ਵੀ ਜੋ ਪਰਮੇਸ਼ਰ ਨੂੰ ਭੁੱਲ ਚੁੱਕੀਆਂ ਹਨ। ਲੋੜਵੰਦ ਹਮੇਸ਼ਾ ਭੁੱਲੇ ਨਹੀਂ ਰਹਿਣਗੇ, ਨਾ ਹੀ ਗਰੀਬਾਂ ਦੀ ਉਮੀਦ ਹਮੇਸ਼ਾ ਖਤਮ ਕੀਤੀ ਜਾਵੇਗੀ। ਹੇ ਪ੍ਰਭੂ ਉੱਠ ਮਨੁੱਖ ਨੂੰ ਆਪਣੇ ਸਾਹਮਣੇ ਆਕੀ ਨਾ ਹੋਣ ਦੇ, ਤੇਰੇ ਸਾਹਮਣੇ ਕੌਮ ਦਾ ਨਿਆਂ ਕੀਤਾ ਜਾਵੇ। ਹੇ ਪ੍ਰਭੂ ਉਹਨਾਂ ਨੂੰ ਤੂੰ ਆਪਣੇ ਭੈ ਹੇਠ ਕਰ, ਤੂੰ ਉਹਨਾਂ ਨੂੰ ਚਿੰਤਾ ਦੇ ਕਿ ਉਹ ਕੇਵਲ ਮਨੁੱਖ ਹੀ ਹਨ। ਆਮੀਨ। ਕੋਈ ਘਮੰਡ ਨਹੀਂ ਉਹਦੇ ਚ। ਐਨੀਆਂ ਜਿੱਤਾਂ ਪ੍ਰਭੂ ਨੇ ਦਿੱਤੀਆਂ, ਉਹਦਾ ਰਾਜ 3 ਗੁਣਾ ਵੱਧ ਚੁੱਕਾ। ਉਹ ਇਹ ਨਹੀਂ ਕਹਿੰਦਾ ਕਿ ਮੈਂ ਜਿੱਤਾਂ ਪ੍ਰਾਪਤ ਕੀਤੀਆਂ, ਉਹ ਪ੍ਰਭੂ ਨੂੰ ਇਹ ਕਹਿ ਰਿਹਾ ਕਿ ਹੁਣ ਪ੍ਰਭੂ ਤੇ ਇਹਨਾਂ ਨੂੰ ਦੁਆਰਾ ਨਾ ਉੱਠਣ ਦੇ, ਸ਼ਾਂਤੀ ਦੇ, ਸ਼ਾਂਤੀ ਦੇ। ਉਸ ਸਮੇਂ ਦੇ ਇਤਿਹਾਸਕਾਰ ਇਹ ਵੀ ਦੱਸਦੇ, ਕਿ ਬਹੁਤ ਸਾਰੀਆਂ ਗਾਂਹ ਜਾ ਕੇ ਅਸੀਂ ਬਹੁਤ ਪੜ੍ਹਨਾ ਕਿ ਇਸ ਰਾਜੇ ਨੇ ਹੋਰ ਵੀ ਬਹੁਤ ਕੰਮ ਕੀਤੇ, ਪਰ ਉਹਨਾਂ ਦਾ ਜ਼ਿਕਰ ਇਸ ਪੋਥੀ ਦੇ ਵਿੱਚ ਨਹੀਂ। ਰਾਜਿਆਂ ਦੀ ਪੋਥੀ, ਇੱਕ ਹੋਰ ਪੋਥੀ ਜਿਹੜੀ ਸਾਡੇ ਕੋਲ ਹੈ ਨਹੀਂ, ਜਿਹੜੀ ਹੈ ਨਹੀਂ, ਉਹ ਜਿਸ ਲਈ ਜਰੂਸਲਮ ਦਾ ਮੰਦਿਰ ਸਾੜ ਦਿੱਤਾ ਗਿਆ ਸੀ, ਉਹਦੇ ਨਾਲ ਹੀ ਉਹ ਸਾਰੀ ਲਾਇਬ੍ਰੇਰੀ ਉਸ ਦੇ ਨਾਲ ਚੜ ਗਈ ਸੀ। ਔਰ ਉਹ ਲੋਕ ਐਕਚੁਅਲੀ ਦਾਊਦ ਦੇ ਰਾਜ ਦੇ ਵਿੱਚ ਜ਼ਿਆਦਾ ਖੁਸ਼ ਸੀ, ਚਾਹੇ ਉਹ ਦਮਿਸ਼ਕ ਦੇ ਸੀਗੇ, ਚਾਹੇ ਉਹ ਮੁਆਬ ਦੇ ਸੀਗੇ, ਚਾਹੇ ਅਮੋਨ ਦੇ ਸੀਗੇ, ਚਾਹੇ ਉਹ ਆਰਾਮ ਦੇ ਸੀ, ਚਾਹੇ ਉਹ ਅਦੋਮ ਦੇ ਸੀ। ਦਾਊਦ ਦੇ ਰਾਜ ਦੇ ਵਿੱਚ ਉਹ ਖੁਸ਼ ਸੀ। ਐਕਚੁਅਲੀ ਉਹਨਾਂ ਨੂੰ ਵੀ ਬਰਾਬਰ ਉਸੇ ਤਰ੍ਹਾਂ ਨਿਆਂ ਮਿਲਦਾ ਸੀ, ਉਹਨਾਂ ਦਾ ਵੀ ਸੁੱਖ ਦੁੱਖ ਦੇਖਿਆ ਜਾਂਦਾ ਸੀ। ਬਾਕੀ ਟੈਕਸ ਦੀ ਗੱਲ, ਟੈਕਸ ਤਾਂ ਉਹਨਾਂ ਨੇ ਆਪਣੇ ਰਾਜੇ ਨੂੰ ਵੀ ਦੇਣਾ ਹੁੰਦਾ ਸੀ, ਉਹੀ ਟੈਕਸ ਉਧਰ ਦਿੰਦੇ ਪਏ ਸੀ। ਮੇਕ ਨੋ ਡਿਫਰੈਂਸ। ਬਾਕੀ ਆਪਾਂ ਅਗਲੇ ਸੋਮਵਾਰ ਤੋਂ ਪੜਾਂਗੇ।
ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ। ਸੰਡੇ ਨੂੰ ਦੇਖਾਂਗੇ ਕਿ ਜੇ ਵੈਦਰ ਕਿਸ ਤਰ੍ਹਾਂ ਦਾ, ਉਹਦੇ ਅਨੁਸਾਰ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਚਰਚ ਦਾ ਕਿੱਦਾਂ ਕਰਨੀ ਆ। ਲੇਕਿਨ ਖੁਦਾਵੰਦ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ, ਤੁਹਾਡੇ ਪਰਿਵਾਰਾਂ ਦੇ ਨਾਲ ਬਣਿਆ ਰਹੇ, ਤੁਹਾਨੂੰ ਸ਼ਾਂਤੀ ਦੇ, ਆਰਾਮ ਦੇ, ਜਿੱਤਾਂ ਦੇ, ਜਿੱਤਾਂ ਦੇ। ਪ੍ਰਭੂ ਦੇ ਪਿਆਰ ਚ ਵੱਧਦੇ ਰਹੋ, ਉਸਨੂੰ ਪਿਆਰ ਕਰੋ ਔਰ ਉਹ ਦਿਖਾਏਗਾ ਕਿ ਮੈਂ ਤੇਰੇ ਲਈ ਕੀ ਕੁਛ ਰੱਖਿਆ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ ਜਿਹੜਾ ਤੂੰ ਸਾਨੂੰ ਬਖਸ਼ਿਆ। ਤੂੰ ਸਾਡਾ ਮਹਾਨ ਦਾਤਾ ਪ੍ਰਭੂ, ਤੂੰ ਦਿਆਲੂ ਆ, ਤੂੰ ਕਿਰਪਾਲੂ। ਪਿਆਰੇ ਪ੍ਰਭੂ, ਤੂੰ ਕਿਸ ਤਰ੍ਹਾਂ ਆਪਣੇ ਬੰਦੇ ਨੂੰ ਬਰਕਤ ਦਿੱਤੀ ਭੇਡਾਂ ਚਾਰ ਨਾਲ। ਖੁਦਾ, ਔਰ ਇਸ ਦੇ ਰਾਹੀਂ ਖੁਦਾਵੰਦ ਤੂੰ ਸਿਰਫ ਯਾਕੂਬ ਦੀ ਸੰਤਾਨ ਨੂੰ ਬਰਕਤ ਹੀ ਨਹੀਂ ਦਿੱਤੀ, ਬਲਕਿ ਈਸੋ ਦੀ ਸੰਤਾਨ ਨੂੰ ਵੀ ਬਰਕਤ ਦਿੱਤੀ, ਔਰ ਉਸ ਦੇ ਨਾਲ ਲੂਤ ਦੀ ਸੰਤਾਨ ਨੂੰ ਵੀ ਬਰਕਤ ਦਿੱਤੀ, ਔਰ ਉਹ ਲੋਕ ਜੋ ਉੱਥੇ ਪਹਿਲਾਂ ਵਸਦੇ ਸੀ ਉਹਨਾਂ ਨੂੰ ਵੀ ਬਰਕਤ ਦਿੱਤੀ। ਪਿਆਰੇ ਪ੍ਰਭੂ, ਤੂੰ ਇੱਕ ਮਹਾਨ ਪ੍ਰਭੂ ਆ। ਅਸੀਂ ਤੇ ਇੱਥੋਂ ਮੰਗਦੇ ਹਾਂ ਕਿ ਤੂੰ ਇਸੇ ਤਰ੍ਹਾਂ ਸਾਡੇ ਨਾਲ ਵਾਸ ਕਰ, ਸਾਡੇ ਨਾਲ ਚੱਲ। ਬੁਰੇ ਔਰ ਬੁਰਾਈ ਤੋਂ ਪ੍ਰਭੂ ਜੀ ਤੂੰ ਸਾਨੂੰ ਬਚਾ ਕੇ ਰੱਖਣਾ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖਣਾ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ ਹਾਂ। ਸਾਰੇ ਭੈਣ ਭਰਾ ਕਹਿਣ ਤੁਹਾਨੂੰ ਸਭ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ, ਬਰਕਤਾਂ ਵਾਲਾ ਆਏ ਔਰ ਪ੍ਰਭੂ ਦੀ ਸ਼ਾਂਤੀ ਔਰ ਇੱਕ ਨਵਾਂਪਨ ਲੈ ਕੇ ਆਏ। ਬਲੈਸ ਯੂ।